strong. Welcome to Balle Balle Radio. ਬੱਲੇ ਬੱਲੇ ਫਿਲਮਸ ਐਂਡ ਰਿਪੋਰਟਸ ਤੋਂ ਪ੍ਰਸਾਰਿਤ ਬੱਲੇ ਬੱਲੇ ਰੇਡੀਓ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। In today's health talk we have a very special guest, Dr. Bhanu Pratap Singh Parmar, and our talk will be focused on obesity. ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਮੋਟਾਪੇ ਬਾਰੇ, ਕਿਹਨਾਂ ਕਾਰਨਾਂ ਕਰਕੇ ਮੋਟਾਪਾ ਹੁੰਦਾ ਹੈ ਔਰ ਕਿਸ ਤਰੀਕੇ ਦੇ ਨਾਲ ਮੋਟਾਪੇ ਤੋਂ ਨਜਿੱਠਿਆ ਜਾ ਸਕਦਾ ਹੈ। ਡਾਕਟਰ ਸਾਹਿਬ, a very warm welcome to you in our show. ਥੈਂਕ ਯੂ ਚੋਪੜਾ ਜੀ। ਬੱਲੇ ਬੱਲੇ ਰੇਡੀਓ ਦੀ ਪੂਰੀ ਟੀਮ ਜਿਹੜੀ ਹੈ ਆਪਦਾ ਧੰਨਵਾਦ ਕਰਦੀ ਹੈ ਕਿ ਤੁਸੀਂ ਕਾਫੀ ਵਿਅਸਤ ਰਹਿੰਦੇ ਆ ਔਰ ਤੁਸੀਂ ਫਿਰ ਵੀ ਸਾਡੇ ਇਸ ਸ਼ੋਅ ਦੇ ਲਈ ਸਮਾਂ ਕੱਢਿਆ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਡਾਕਟਰ ਸਾਹਿਬ, ਮਾਈ ਫਸਟ ਕੁਐਸਚਨ ਟੂ ਯੂ ਇਜ਼ ਕਿ ਇਨ ਮੈਡੀਕਲ ਟਰਮ ਹਾਊ ਡੂ ਯੂ ਡਿਫਾਈਨ ਓਬੈਸਿਟੀ? ਪਹਿਲਾਂ ਤਾਂ ਮੈਂ ਬੱਲੇ ਬੱਲੇ ਰੇਡੀਓ ਦਾ ਖਾਸ ਤੌਰ ਤੇ ਚੋਪੜਾ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਇੰਟਰੈਕਟ ਕਰਨ ਦਾ। ਓਬੈਸਿਟੀ ਜਿਹਨੂੰ ਕਿ ਅਸੀਂ ਮੋਟਾਪਾ ਕਹਿੰਦੇ ਆ, ਇਹਨੂੰ ਅਸੀਂ ਡਿਫਾਈਨ ਕਰਦੇ ਆ। ਨੋਰਮਲੀ ਜਦੋਂ ਅਸੀਂ ਮਿਲਦੇ ਗਿਲਦੇ ਆ ਇੱਕ ਦੂਜੇ ਨੂੰ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਬੰਦੇ ਦਾ ਵਜ਼ਨ ਥੋੜ੍ਹਾ ਜ਼ਿਆਦਾ ਆ, ਪਰ ਪੰਜਾਬ ਦੇ ਵਿੱਚ ਤਾਂ ਤਕਰੀਬਨ ਜਿਹੜਾ ਵਜ਼ਨ ਜ਼ਿਆਦਾ ਉਹ ਕਹਿੰਦੇ ਵੀ ਇਹ ਚੰਗੇ ਖਾਂਦੇ ਪੀਂਦੇ ਘਰੋਂ ਆ। ਸੋ ਜਨਰਲੀ ਸਾਡਾ ਜਿਹੜਾ ਇੰਪ੍ਰੈਸ਼ਨ ਹੁੰਦਾ ਆ ਵੀ ਜੇ ਕੋਈ ਬੰਦਾ ਪਤਲਾ ਆ ਤਾਂ ਉਹਨੂੰ ਕਹਿੰਦੇ ਯਾਰ ਤੂੰ ਮਾੜਾ ਹੋ ਗਿਆ, ਤੂੰ ਖਾਇਆ ਪੀਆ ਕਰ। ਸੋ ਬਟ ਐਦਾਂ ਨਹੀਂ ਹੈ। ਇੱਕ ਮੋਟਾ ਜਿਹਾ ਪਹਿਲਾਂ ਮੈਂ ਦੱਸਦਾ ਵੀ ਕਿੱਦਾਂ ਹੁੰਦਾ ਆ। ਜੇ ਅਸੀਂ ਸੈਂਟੀਮੀਟਰਸ ਦੇ ਵਿੱਚ ਆਪਣੀ ਹਾਈਟ ਲੈਂਦੇ ਤਾਂ ਹੁਣ ਮੇਰੀ ਹਾਈਟ ਤਕਰੀਬਨ 178 ਸੈਂਟੀਮੀਟਰਸ ਹੈਗੀ ਹੈ। ਤੋ ਜਿੰਨੀ ਤੁਹਾਡੀ ਹਾਈਟ ਹੁੰਦੀ ਹੈ ਸੈਂਟੀਮੀਟਰਸ, ਜੇ ਉਹਦੇ 'ਚੋਂ ਅਸੀਂ 100 ਕੱਢ ਦਈਏ ਤੇ ਉਹਨਾਂ ਤੁਹਾਡਾ ਵਜ਼ਨ ਉਹਦੇ ਆਲੇ ਦੁਆਲੇ ਹੋਣਾ ਚਾਹੀਦਾ। ਤਾਂ ਮੇਰਾ 78 ਕਿਲੋ ਦੇ ਕਰੀਬ ਜੇ ਮੇਰਾ ਵਜ਼ਨ ਹੈ ਤਾਂ ਉਹਨੂੰ ਮੈਂ ਠੀਕ ਠਾਕ ਮੰਨਦਾ। ਤੇ ਪਰ ਇਹ ਤੋਂ ਇਲਾਵਾ ਬਾਡੀ ਮਾਸ ਇੰਡੈਕਸ ਹੁੰਦਾ, ਜਿਹੜੇ ਕਰੈਕਟ ਮੈਥਡ ਆਪਾਂ ਕਹੀਏ ਵੀ ਸਹੀ ਤਰੀਕਾ ਕੀ ਹੈ ਓਬੈਸਿਟੀ ਨੂੰ ਜਾਣਨ ਦਾ, ਤਾਂ ਉਹ BMI ਹੁੰਦਾ। BMI ਅਸੀਂ ਹਾਈਟ ਤੇ weight ਦੇ ਹਿਸਾਬ ਨਾਲ ਲੈਂਦੇ ਆ। ਸੋ ਜੇ ਮੇਰਾ ਵਜ਼ਨ 78 ਕਿਲੋ ਹੈ ਤੇ ਮੇਰੀ ਹਾਈਟ 178 ਸੈਂਟੀਮੀਟਰਸ ਹੈ ਤਾਂ ਇੱਕ ਫਾਰਮੂਲਾ ਹੁੰਦਾ ਜਿਹਨੂੰ ਅਸੀਂ ਕਹਿੰਦੇ BMI, ਬਾਡੀ ਮਾਸ ਇੰਡੈਕਸ, ਦੈਟ ਇਜ਼ ਇਕੁਅਲ ਟੂ weight ਡਿਵਾਈਡਡ ਬਾਈ ਹਾਈਟ ਇਨ ਮੀਟਰ ਸਕੁਅਰ। ਸੋ ਮਤਲਬ 78 ਨੂੰ ਜੇ ਅਸੀਂ ਡਿਵਾਈਡ ਕਰੀਏ, ਜਰਬ ਕਰੀਏ 1.78 into 1.78 ਤੇ ਉਹ ਤਕਰੀਬਨ 25 ਦੇ ਆਲੇ ਦੁਆਲੇ ਆਉਂਦਾ, 24-25 ਦੇ ਆਲੇ ਦੁਆਲੇ ਆਏਗਾ। ਸੋ ਨਾਰਮਲ ਜਿਹੜਾ ਅਸੀਂ ਕ੍ਰਾਈਟੇਰੀਆ ਲੈਂਦੇ 18 ਤੋਂ ਲੈ ਕੇ 25 ਤੱਕ ਅਸੀਂ ਇਹਨੂੰ ਨਾਰਮਲ ਲੈਂਦੇ ਆ ਵੀ ਦਿਸ ਇਜ਼ ਅ ਨਾਰਮਲ weight। ਸੋ 78 ਕਿਲੋ ਵੀ ਮੈਂ ਉਹ ਦੱਸ ਰਿਹਾ ਵੀ 178 ਲਈ ਥੋੜਾ ਜ਼ਿਆਦਾ ਹੀ ਹੈ, ਮਤਲਬ ਆਪਾਂ ਹੋਰ ਥੋੜਾ ਕੁਝ ਕਿਲੋ ਘਟਾ ਸਕਦੇ ਹਾਂ। ਸੋ ਉਸ ਤੋਂ ਬਾਅਦ ਆ ਜਾਂਦਾ ਬਈ ਇੱਕ ਆਂਦੀ ਓਵਰਵੇਟ ਕੈਟੇਗਰੀ, ਦੈਟ ਇਜ਼ 25 to 30 BMI। ਫਿਰ 30 to 35 BMI ਦੀ ਕੈਟੇਗਰੀ ਹੁੰਦੀ ਹੈ ਜਿਹਨੂੰ ਅਸੀਂ ਓਬੀਜ਼ ਕੈਟੇਗਰੀ ਮੰਨਦੇ ਹਾਂ, ਤੇ 35 ਤੋਂ ਉੱਤੇ ਮੋਰਬਿਡਲੀ ਓਬੀਜ਼ ਕੈਟੇਗਰੀ। ਤੇ ਪਰ ਇਹ ਵੀ ਕ੍ਰਾਈਟੇਰੀਆਜ਼ ਜਿਹੜੇ ਆ ਦੋ ਤਰ੍ਹਾਂ ਦੇ ਆ, ਇੱਕ ਏਸ਼ੀਅਨ ਕ੍ਰਾਈਟੇਰੀਆ, ਇੱਕ ਅਮਰੀਕਨ ਕ੍ਰਾਈਟੇਰੀਆ, ਯੂਰੋਪੀਅਨ ਕ੍ਰਾਈਟੇਰੀਆ। ਇਹਦਾ ਮਤਲਬ ਇਹ ਹੁੰਦਾ ਬਈ ਜਿੰਨੇ ਸਾਡੇ ਹਿੰਦੁਸਤਾਨੀ ਆ ਜਾਂ ਜਿੰਨੇ ਏਸ਼ੀਅਨਸ ਆ, ਚਾਈਨੀਜ਼ ਹੈਗੇ ਆ, ਇਹਨਾਂ ਦੇ ਵਿੱਚ ਮੋਟਾਪੇ ਕਰਕੇ ਜਿਹੜੀਆਂ ਬਿਮਾਰੀਆਂ ਨੇ ਜਾਂ ਪ੍ਰੋਬਲਮਸ ਨੇ, ਕੰਪਲਿਕੇਸ਼ਨਸ ਨੇ, ਇਹ ਥੋੜੇ BMI ਤੇ ਆ ਜਾਂਦੀਆਂ। ਜੇ ਇੱਕ ਅਮਰੀਕਨ ਦਾ BMI 30 ਹੈ ਤੇ ਇੱਕ ਇੰਡੀਅਨ ਦਾ BMI 30 ਹੈ ਤਾਂ ਹਿੰਦੁਸਤਾਨੀ ਜਿਹੜਾ ਹੈਗਾ ਆ ਉਹਨੂੰ ਸ਼ੂਗਰ ਹੋਣ ਦੇ, ਬਲੱਡ ਪ੍ਰੈਸ਼ਰ ਹੋਣ ਦੇ, ਹਾਰਟ ਡਿਜ਼ੀਜ਼ ਹੋਣ ਦੇ ਉਹਦੇ ਨਾਲੋਂ ਜ਼ਿਆਦਾ ਚਾਂਸ। ਤਾਂ ਉਹਦੇ ਵਿੱਚ ਹੁਣ ਜੋ ਲੇਟੈਸਟ ਸਾਡੀਆਂ ਗਾਈਡਲਾਈਨਸ ਆਈਆਂ ਹੈਗੀਆਂ ਵਰਲਡ ਓਵਰ, ਉਹਦੇ ਵਿੱਚ ਉਹਨਾਂ ਨੇ ਏਸ਼ੀਅਨਸ ਦਾ ਕ੍ਰਾਈਟੇਰੀਆ ਘਟਾ ਦਿੱਤਾ, ਉਹ 18 ਤੋਂ 23 ਕਰ ਦਿੱਤਾ, 25 ਦੀ ਬਜਾਏ। ਸੋ 23 ਤੋਂ ਲੈ ਕੇ 27.5 ਤਾਈਂ ਉਹਨਾਂ ਨੇ ਓਵਰਵੇਟ ਕਰਤਾ, 27.5 ਤੋਂ 32.5 ਤਾਈਂ ਓਬੀਜ਼ ਕਰਤਾ, 32.5 ਤੋਂ ਉੱਤੇ ਮੋਰਬਿਡਲੀ ਓਬੀਜ਼ ਕਰ ਦਿੱਤਾ। ਸੋ ਇਹ ਡਿਫਾਈਨ ਕਰਦੇ ਹਾਂ ਅਸੀਂ ਓਬੈਸਿਟੀ ਨੂੰ, ਬਈ ਓਬੈਸਿਟੀ ਹੈ ਕਿ ਆਪਾਂ ਆਪਣਾ BMI ਚੈੱਕ ਕਰ ਸਕਦੇ ਹਾਂ। ਬੜਾ ਸੌਖਾ ਜਿਹਾ ਫਾਰਮੂਲਾ ਹੈਗਾ, ਤਾਂ ਉਹਦੇ ਹਿਸਾਬ ਨਾਲ ਪਤਾ ਲੱਗ ਜਾਂਦਾ ਵੀ ਅਸੀਂ ਕਿਹੜੀ ਕੈਟੇਗਰੀ 'ਚ ਫਾਲ ਕਰਦੇ ਹਾਂ। ਸੋ ਆਈਡਲੀ ਸਾਨੂੰ 18 ਤੋਂ 23 ਤੱਕ ਰਹਿਣਾ ਚਾਹੀਦਾ। ਡਾਕਟਰ ਸਾਹਿਬ, ਬਹੁਤ ਅੱਛੀ ਜਾਣਕਾਰੀ ਦਿੱਤੀ ਤੁਸੀਂ BMI ਦੇ ਹਿਸਾਬ ਦੇ ਨਾਲ। ਔਰ ਜੇਕਰ ਅਸੀਂ ਪੰਜਾਬੀਆਂ ਦੀ ਗੱਲ ਕਰੀਏ, ਜੇ ਅਸੀਂ ਪਰਸੈਂਟੇਜ ਕੱਢੀਏ ਤਾਂ ਮੇਰੇ ਖਿਆਲ ਬਹੁਤ ਜ਼ਿਆਦਾ ਲੋਕ ਪੰਜਾਬੀਆਂ ਦੀ ਗਿਣਤੀ ਮੋਟਾਪੇ ਦੀ ਕੈਟੇਗਰੀ 'ਚ ਆਉਂਦੀ ਹੈ। ਜੇ ਆਪਾਂ ਮੋਟੇ ਤੌਰ ਤੇ BMI ਦੀ ਗੱਲ ਕਰੀਏ, ਐਮ ਆਈ ਰਾਈਟ ਸਰ? ਹਾਂਜੀ। ਤਕਰੀਬਨ ਜੇ ਅਸੀਂ BMI ਦੀ ਗੱਲ ਕਰੀਏ ਤਾਂ ਆਲਮੋਸਟ 30 to 40% ਆਪਣੇ ਬੰਦੇ ਪੰਜਾਬ ਦੇ ਵਿੱਚ 23 BMI ਤੋਂ ਉੱਤੇ ਵਾਲੇ ਮਤਲਬ ਓਵਰਵੇਟ ਕੈਟੇਗਰੀ 'ਚ ਆ ਜਾਂਦੇ, 40% ਤੇ 40%। ਹਾਂਜੀ, ਜੋ ਕਿ ਕਾਫੀ ਜ਼ਿਆਦਾ ਹੈ। ਇਸੇ ਕਰਕੇ ਜਿਹੜਾ ਸਾਡੇ ਬਿਮਾਰੀਆਂ ਨੇ ਰਿਲੇਟਡ ਜਿਹੜੀਆਂ, ਹਾਂਜੀ ਦੇਖੋ ਹੁਣ ਆਪਾਂ ਕੋਵਿਡ ਚੱਲ ਰਿਹਾ, ਕੋਵਿਡ ਟਾਈਮਸ ਦੇ ਵਿੱਚ ਪੰਜਾਬੀਆਂ 'ਚ ਸਭ ਤੋਂ ਜ਼ਿਆਦਾ ਮੋਰਟੈਲਿਟੀ ਹੈ, ਕਿਉਂਕਿ ਸਾਡੇ ਬੰਦੇ ਆਪਣੀ ਸਿਹਤ ਪੱਖੋਂ ਕੋਈ ਧਿਆਨ ਨਹੀਂ ਦੇ ਰਹੇ।
ਤੇ ਹਰੇਕ ਬੰਦਾ ਆਪਣਾ ਖਾ ਪੀ ਰਿਹਾ, ਮौज ਕਰ ਰਿਹਾ। ਤਾਂ ਸਾਨੂੰ ਥੋੜਾ ਜਿਹਾ ਆਪਣੀ ਸਿਹਤ ਦਾ ਧਿਆਨ ਰੱਖਣਾ ਐਕਚੁਅਲੀ ਚਾਹੀਦਾ। ਜੀ ਪੰਜਾਬੀਆਂ ਦਾ ਜਿਹੜਾ ਖਾਣ ਪੀਣ ਦਾ ਕਲਚਰ ਹੈ ਨਾ, ਉਹ ਜਿਹੜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਜੇ ਕੋਈ ਥੋੜਾ ਜਿਹਾ ਪਤਲਾ ਹੈ ਜਾਂ ਉਹ ਕਰੈਕਟ ਉਹਦਾ BMI ਠੀਕ ਹੈ ਤਾਂ ਲੋਕ ਸ਼ਾਇਦ ਉਸ ਲੋਕ ਨਾਲ ਕਹਿੰਦੇ ਉਹ ਤਾਂ ਮਾੜਾ ਹੋ ਗਿਆ। ਮਾੜਾ ਹੋ ਗਿਆ। ਮੇਰਾ ਆਪਣਾ ਵੀ ਨਿੱਜੀ ਐਕਸਪੀਰੀਅੰਸ, ਮੈਂ ਕੁਝ ਦੇਰ ਲਈ weight ਘਟਾਇਆ ਆਪਣਾ, ਤਾਂ ਮੈਨੂੰ ਬੜੇ ਲੋਕਾਂ ਨੇ ਕਿਹਾ ਵੀ ਚੋਪੜਾ ਸਾਹਿਬ ਤੁਸੀਂ ਮਾੜੇ ਦਿਖਣ ਲੱਗ ਪਏ। ਡਾਕਟਰ ਸਾਹਿਬ ਬਹੁਤ ਅੱਛੀ ਜਾਣਕਾਰੀ ਦੇ ਰਹੇ ਹੋ ਤੁਸੀਂ। ਆਪਾਂ ਜੇ ਗੱਲ ਕਰੀਏ, ਤੁਸੀਂ ਜਿਵੇਂ ਦੱਸਿਆ ਕਿ ਅਰਾਊਂਡ 40% ਲੋਕ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਓਵਰਵੇਟ ਕੈਟਾਗਰੀ ਦੇ ਵਿੱਚ ਆ ਰਹੇ ਨੇ। ਹਾਂਜੀ। ਔਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਅਸੀਂ ਮੋਟਾਪੇ ਤੋਂ ਜਨਮਦੀਆਂ ਨੇ, ਉਪਜਦੀਆਂ ਨੇ, ਉਹ ਥੋੜੀ ਜੀ ਕੀ ਰਿਸਕ ਫੈਕਟਰ ਕਿੱਥੇ ਵੱਧਦਾ ਹੈ, ਕਿਸ ਸੈਗਮੈਂਟ ਦੇ ਵਿੱਚ ਜਿਹੜੀਆਂ ਇਹ ਬਿਮਾਰੀਆਂ ਸਾਡੀਆਂ ਇਹਦਾ ਰਿਸਕ ਫੈਕਟਰ ਵਧਣ ਚ ਦੇਖਣ ਚ ਮਿਲਦਾ? ਚੋਪੜਾ ਜੀ, ਮੋਟਾਪਾ ਜਿਹੜਾ ਹੈ ਨਾ ਸਾਡੇ ਸਰੀਰ ਦੇ ਹਰ ਅੰਗ ਤੇ ਅਸਰ ਕਰਦਾ। ਸੋ ਉਹਨੂੰ ਅਸੀਂ ਲੈਟਸ ਸੇ ਅਸੀਂ ਜੇ ਸਟਾਰਟ ਕਰੀਏ, ਸਭ ਤੋਂ ਪਹਿਲਾਂ ਸਾਡੀਆਂ ਲਾਈਫ ਸਟਾਈਲ ਡਿਜ਼ੀਜ਼। ਮੋਟਾਪਾ ਆਪਣੇ ਆਪ ਦੇ ਵਿੱਚ ਵੀ ਇੱਕ ਲਾਈਫ ਸਟਾਈਲ ਡਿਸਆਰਡਰ ਹੈ। ਜੇ ਅਸੀਂ ਐਕਸਰਸਾਈਜ਼ ਨਾ ਕਰੀਏ, ਬੈਠੇ ਰਹੀਏ, ਨਿਆਣੇ ਵੀਡੀਓ ਗੇਮਾਂ ਖੇਲੀ ਜਾਂਦੇ ਆ, ਅਸੀਂ ਆਪਣਾ ਖਾਈ ਜਾਂਦੇ ਆ, ਸੈਡੈਂਟਰੀ ਲਾਈਫ ਸਟਾਈਲ ਹੈਗਾ, ਕੋਈ ਐਕਸਰਸਾਈਜ਼ ਨਹੀਂ ਕਰ ਰਿਹਾ, ਸਪੋਰਟਸ ਐਕਟਿਵ ਨਹੀਂ ਹੈਗਾ, ਤਾਂ ਹੌਲੀ ਹੌਲੀ ਉਹ ਸਾਡਾ ਇੱਕ 35-40 ਸਾਲ ਤੋਂ ਬਾਅਦ ਜੇ ਅਸੀਂ ਐਕਟਿਵ ਲਾਈਫ ਸਟਾਈਲ ਨਹੀਂ ਰੱਖਾਂਗੇ ਤਾਂ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ, ਕਿਉਂਕਿ ਸਾਡਾ ਖਾਣਾ ਪੀਣਾ ਤਕਰੀਬਨ ਉਨਾ ਹੀ ਰਹਿੰਦਾ, ਤਾਂ ਅਸੀਂ ਉਹ ਕੈਲਰੀਜ਼ ਉਹਨੀਆਂ ਬਰਨ ਨਹੀਂ ਕਰ ਪਾਉਂਦੇ। ਤਾਂ ਇਹਦੇ ਨਾਲ ਸਾਨੂੰ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ, ਸਪੋਜ਼ ਸਭ ਤੋਂ ਪਹਿਲਾਂ ਤਾਂ ਡਾਇਬਟੀਜ਼, ਜਿਹੜੀ ਸ਼ੂਗਰ ਦੀ ਬਿਮਾਰੀ ਹੈ ਜੀ। ਸੋ ਸ਼ੂਗਰ ਦੀ ਬਿਮਾਰੀ ਵੀ ਐਕਚੁਅਲੀ ਦੋ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਡਾਇਬਟੀਜ਼, ਟਾਈਪ 1 ਤੇ ਟਾਈਪ 2 ਡਾਇਬਟੀਜ਼। ਜਿਹੜੀ ਤਾਂ ਟਾਈਪ 1 ਡਾਇਬਟੀਜ਼ ਹੈਗੀ ਆ, ਉਹ ਜਿੱਦਾਂ ਜਮਾਂਦਰੂ ਤੌਰ ਤੇ ਇਨਸੂਲਿਨ ਦੀ ਘਾਟ ਕਰਕੇ ਹੁੰਦੀ ਹੈ। ਪੈਂਕਰੀਆਸ ਜਿਹੜਾ ਸਾਡਾ ਸਰੀਰ ਦੇ ਵਿੱਚ ਇੱਕ ਅੰਗ ਹੈਗਾ ਜਿਹੜਾ ਇਨਸੂਲਿਨ ਬਣਾਉਂਦਾ ਆ, ਜੇ ਪੈਂਕਰੀਆਸ ਹੀ ਠੀਕ ਕੰਮ ਨਾ ਕਰੇ, ਸਾਡੀ ਇਨਸੂਲਿਨ ਬਣੇ ਨਾ, ਆਈਲੈਟ ਸੈਲਸ ਹੁੰਦੇ, ਬੀਟਾ ਸੈਲਸ ਜਿਹੜੇ ਆ, ਬੀਟਾ ਸੈਲਸ ਇਨਸੂਲਿਨ ਹੀ ਨਾ ਬਣਾਉਣ, ਤਾਂ ਉਹ ਬਚਪਨ ਦੇ ਵਿੱਚ ਬੱਚਿਆਂ ਨੂੰ ਹੀ ਸ਼ੂਗਰ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਦੂਜੀ ਹੁੰਦੀ ਟਾਈਪ 2 ਡਾਇਬਟੀਜ਼, ਜਿਹੜੀ ਕਿ ਅਡਲਟ ਔਨਸੈਟ ਡਾਇਬਟੀਜ਼ ਅਸੀਂ ਕਹਿੰਦੇ ਆ। ਇਹ ਇੱਕ ਤਰ੍ਹਾਂ ਦੀ ਲਾਈਫ ਸਟਾਈਲ ਡਿਸਆਰਡਰ ਹੈਗੀ ਹੈ, ਤੇ ਇਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਡਿਮਾਂਡ ਤੇ ਸਪਲਾਈ ਦਾ ਫਰਕ ਪੈ ਜਾਂਦਾ। ਸਪਲਾਈ ਸਾਡੀ ਪੈਂਕਰੀਆਸ ਦੀ ਪੂਰੀ ਹੈ, ਪੈਂਕਰੀਆਸ ਇਨਸੂਲਿਨ ਬਣਾ ਰਿਹਾ, ਪਰ ਇਨਸੂਲਿਨ ਦੀ ਡਿਮਾਂਡ ਵੱਧਦੀ ਜਾ ਰਹੀ ਹੈ ਬਿਕੋਜ਼ ਸਾਡੇ ਸਰੀਰ ਦੇ ਵਿੱਚ ਚਰਬੀ ਜਿਹੜੀ ਫੈਟ ਆ ਵੱਧਦਾ ਜਾ ਰਿਹਾ। ਜਿੱਦਾਂ ਇਹਦਾ ਫੈਟ ਵੱਧਦਾ ਜਾ ਰਿਹਾ ਤਾਂ ਉਹ ਇਨਸੂਲਿਨ ਨੂੰ ਇੱਕ ਤਰ੍ਹਾਂ ਦਾ ਇਨਸੂਲਿਨ ਰੈਜ਼ਿਸਟੈਂਸ ਕ੍ਰੀਏਟ ਕਰ ਦਿੰਦਾ ਬਾਡੀ ਦੇ ਵਿੱਚ, ਤੇ ਇਨਸੂਲਿਨ ਜਿਹੜੀ ਹੈ ਉਹ ਅਸਰ ਕਰਨ ਨੂੰ ਘਟ ਜਾਂਦੀ ਹੈ। ਤੋ ਮਤਲਬ ਜ਼ਿਆਦਾ ਇਨਸੂਲਿਨ ਚਾਹੀਦੀ ਹੁੰਦੀ ਹੈ ਸਾਨੂੰ ਉਨੀ ਸ਼ੂਗਰ ਮੇਨਟੇਨ ਕਰਨ ਲਈ, ਤੇ ਉਹਦੇ ਆਊਟਕਮ ਇਹ ਹੁੰਦਾ ਵੀ ਉਹ ਤੁਹਾਡੀ ਸ਼ੂਗਰ ਬਲੱਡ ਸ਼ੂਗਰ ਲੈਵਲਸ ਵੱਧਦੇ ਜਾਂਦੇ। ਜਿੱਦਾਂ ਇਹਦਾ ਮੋਟਾਪਾ ਵੱਧਦਾ ਉੱਦਾਂ ਸ਼ੂਗਰ ਦਾ ਲੈਵਲ ਵੀ ਵੱਧਦਾ ਜਾਂਦਾ। ਯੰਗ ਏਜ ਤੱਕ ਤਾਂ ਬੰਦਾ 35 40 45 ਸਾਲ ਤਾਈਂ ਚੱਲ ਜਾਂਦਾ, ਪਰ ਜਿੱਦਾਂ ਤੁਸੀਂ 40 ਇਅਰਸ ਕ੍ਰਾਸ ਕਰਦੇ ਹੋ ਤੁਹਾਨੂੰ ਡਾਇਬਟੀਜ਼ ਸ਼ੁਰੂ ਹੋ ਜਾਂਦੀ ਹੈ, ਤੁਹਾਨੂੰ ਬਲੱਡ ਪ੍ਰੈਸ਼ਰ ਦੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ, ਗੋਡੇ ਦੁਖਣ ਲੱਗ ਜਾਂਦੇ ਆ, ਸਾਹ ਦੀ ਤੰਗੀ ਸ਼ੁਰੂ ਹੋ ਜਾਂਦੀ ਹੈ, ਸਲੀਪ ਐਪਨੀਆ ਸ਼ੁਰੂ ਹੋ ਜਾਂਦਾ। ਸਲੀਪ ਐਪਨੀਆ ਜਦੋਂ ਮੋਟਾ ਬੰਦਾ ਸਿੱਧਾ ਲੇਟਦਾ ਆ ਤਾਂ ਜਿਹੜਾ ਤਾਲੂ ਹੈਗਾ ਮਗਰਲੇ ਪਾਸੇ, ਹਾਂ ਜੀ, ਮਗਰਲੇ ਪਾਸੇ ਚੱਲ ਜਾਂਦੀ ਹੈ, ਸਾਡੇ ਜਿਹੜੀ ਚੋਕਿੰਗ ਸ਼ੁਰੂ ਹੋ ਜਾਂਦੀ ਹੈ, ਜਿਹੜੀ ਸਾਹ ਵਾਲੀ ਨਾਲੀ ਹੈ ਵਿੰਡ ਪਾਈਪ ਬਲੌਕ ਹੋਣ ਲੱਗ ਜਾਂਦੀ ਹੈ। ਹਾਂਜੀ, ਉਹ ਸਿੱਧਾ ਹੋ ਕੇ ਸੌਂ ਨਹੀਂ ਪਾਉਂਦਾ, ਕਦੀ ਪਾਸਾ ਲੈਣਾ ਪੈਂਦਾ ਇੱਧਰ, ਕਦੀ ਇੱਧਰਲੇ ਪਾਸੇ ਪਾਸਾ ਲੈਂਦੇ ਹੋ, ਫਿਰ ਤੁਹਾਨੂੰ ਨੀਂਦ ਆਉਂਦੀ ਹੈ। ਪਰ ਉਹ ਜਿੱਦਾਂ ਤੁਸੀਂ ਸਿੱਧੇ ਹੋ ਕੇ ਜਦੋਂ ਸੌਂਦੇ ਹੋ ਤਾਂ ਪ੍ਰੋਪਰ ਨੀਂਦ ਨਾ ਆਉਣ ਕਰਕੇ ਬ੍ਰੇਨ ਨੂੰ ਆਕਸੀਜਨ ਪੂਰੀ ਨਹੀਂ ਜਾਂਦੀ, ਤਾਂ ਤੁਸੀਂ ਅਨੀਂਦੇ ਰਹਿੰਦੇ ਹੋ, ਤਾਂ ਸਵੇਰੇ ਵੀ ਬੰਦਾ ਸੁਸਤ ਰਹਿੰਦਾ, ਕੰਮ ਕਰਨ ਨੂੰ ਜੀ ਨਹੀਂ ਕਰਦਾ। ਹਾਂ, ਸਾਰਾ ਦਿਨ ਬੈਠੇ ਬੈਠੇ ਸੌ ਜਾਣਾ, ਤੁਹਾਡਾ ਕਿਸੇ ਕੰਮ 'ਚ ਦਿਲ ਨਹੀਂ ਲੱਗਦਾ ਬਿਕੋਜ਼ ਉਹ ਦੈਟ ਅਫੈਕਟਸ ਯੂਰ ਵਰਕ। ਤੁਹਾਡਾ ਜਿਹੜਾ ਸਹੀ ਕੰਮ ਜਿਹੜਾ ਹੈਗਾ ਉਹ ਤੁਸੀਂ ਉਸ 'ਤੇ ਕੰਸਨਟਰੇਟ ਨਹੀਂ ਕਰ ਪਾਉਂਦੇ ਬਿਕੋਜ਼ ਤੁਸੀਂ ਸਾਰੀ ਰਾਤ ਪ੍ਰੋਪਰਲੀ ਸੌ ਹੀ ਨਹੀਂ ਪਾਏ। ਸੋ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਮੋਟਾਪੇ ਦੇ ਨਾਲ, ਆਸਟੀਓਆਰਥਰਾਈਟਿਸ ਗੋਡਿਆਂ ਦਾ ਦਰਦ, ਗਿੱਟਿਆਂ ਦਾ ਦਰਦ, ਤੋਂ ਈਵਨ ਗੋਡੇ ਬਦਲਣ ਦੀ ਲੋੜ ਜਿਹੜੀ ਹੈ ਮੋਟੇ ਬੰਦਿਆਂ ਨੂੰ ਜ਼ਿਆਦਾ ਪੈਂਦੀ ਹੈ। ਸੋ ਪਤਲੇ ਬੰਦਿਆਂ ਨੂੰ ਵੀ ਪੈਂਦੀ ਹੈ, ਬਟ ਮੋਟਾਪੇ ਕਰਕੇ ਜਿਹੜੀ ਚੀਜ਼ ਤੁਹਾਡੀ ਉਹ 70 ਸਾਲ ਤੇ ਆਉਣੀ ਆ ਉਹ 60 ਸਾਲ ਜਾਂ 55 ਸਾਲ ਤੇ ਆ ਜਾਣੀ। ਵੇਅਰ ਐਂਡ ਟੀਅਰ ਜਿੰਨਾ, ਜੇ ਸਾਡੇ ਗੋਡੇ 70 ਕਿਲੋ ਲਈ ਬਣੇ ਆ ਉਹਨਾਂ ਤੇ ਅਸੀਂ 110 ਕਿਲੋ ਦਾ ਵਜਨ ਪਾਵਾਂਗੇ ਤਾਂ ਅਲਟੀਮੇਟਲੀ ਤਾਂ ਉਹਨਾਂ ਨੇ ਜਵਾਬ ਦੇਣਾ ਹੀ ਹੈ। ਤੇ ਉਹਦੇ ਲਈ ਫਿਰ ਉਹਨਾਂ ਨੂੰ ਨੀ ਰਿਪਲੇਸਮੈਂਟਸ ਕਰਾਉਣੀਆਂ ਪੈਂਦੀਆਂ, ਫਿਰ ਨੀ ਰਿਪਲੇਸਮੈਂਟਸ ਫੇਲ ਹੋ ਜਾਂਦੀਆਂ ਬਿਕੋਜ਼ ਉਹ ਵਜਨ ਤਾਂ ਉੱਥੇ ਹੀ ਰਹਿੰਦਾ 110 ਕਿਲੋ। ਤਾਂ ਜੇ ਵੇਟ ਨਹੀਂ ਘਟੂਗਾ ਤਾਂ ਫਿਰ ਉਹ ਇੱਕ ਇੰਪਲਾਂਟ ਦੀ ਵੀ ਲਾਈਫ ਹੁੰਦੀ ਹੈ, ਸੋ ਉਹਦੀ ਲਾਈਫ ਹੋਰ ਘਟ ਜਾਂਦੀ ਹੈ। ਤਾਂ ਉਹ ਮਲਟੀਪਲ ਪ੍ਰੋਬਲਮਸ ਜਿਹੜੀਆਂ ਇਹਦੇ ਨਾਲ ਅਕਿਊਮੂਲੇਟ ਹੋ ਸਕਦੀਆਂ। ਬਿਲਕੁਲ ਜੀ। ਡਾਕਟਰ ਸਾਹਿਬ, ਇਹ ਦੇਖੋ ਜੇ ਆਪਾਂ ਰਿਜ਼ਲਟ ਕੱਢੀਏ, ਸਾਰੀ ਗੱਲਬਾਤ ਆਪਾਂ ਕਰ ਰਹੇ ਹਾਂ, ਤਾਂ ਅਸਲ ਤਾਂ ਚੀਜ਼ ਐਕਟਿਵ ਲਾਈਫ ਜਿਹੜੀ ਹੈ, ਲਾਈਫ ਸਟਾਈਲ ਜਿਹੜਾ ਹੈ ਸਾਡਾ ਉਹ ਵਧੀਆ ਹੋਣਾ ਚਾਹੀਦਾ। ਤੁਸੀਂ ਬੜੀ ਅੱਛੀ ਗੱਲ ਕੀਤੀ ਕਿ ਬੱਚਿਆਂ ਦੇ ਵਿੱਚ ਵੀਡੀਓ ਗੇਮਸ, ਅੱਜ ਵੀਡੀਓ ਗੇਮਸ ਤੋਂ ਅੱਗੇ ਮੋਬਾਈਲਸ ਹੈ ਨਾ ਜੀ, ਔਰ ਘਰਾਂ 'ਚ ਵਾਈਫਾਈ ਲੱਗੇ ਨੇ, ਔਰ ਬੱਚੇ ਆਪਣੀ ਆਪਣੀ ਡਿਵਾਈਸਿਸ ਤੇ ਬਿਜ਼ੀ ਨੇ। ਜਿਨ੍ਹਾਂ ਨੇ ਟੋਕਣਾ ਹੈ, ਜਿਨ੍ਹਾਂ ਨੇ ਰੋਕਣਾ ਉਹ ਵੀ ਮੋਬਾਈਲ, ਉਹ ਵੀ ਮੋਬਾਈਲ, ਜਿਨ੍ਹਾਂ ਨੇ ਰੋਕਣਾ ਹੈ ਉਹ ਵੀ ਮੋਬਾਈਲ 'ਚ ਬਿਜ਼ੀ, ਸ਼ਾਇਦ ਉਹ ਬੱਚਿਆਂ ਨਾਲ ਵੀ ਜ਼ਿਆਦਾ ਬਿਜ਼ੀ ਹੈ। ਇਸ ਨੂੰ ਤੁਸੀਂ ਡਿਵਾਈਸਿਸ ਨੂੰ ਕਿਸ ਤਰ੍ਹਾਂ ਲੈਂਦੇ ਹੋ ਕਿ ਇਹ ਕਿਸ ਤਰ੍ਹਾਂ ਇਹਨਾਂ ਨੂੰ, ਕੀ ਇਹਦਾ
ਇਹਨਾਂ ਕਰਕੇ ਵੀ ਮੋਟਾਪਾ ਹੋ ਰਿਹਾ ਹੈ ਬੱਚਿਆਂ ਦੇ ਵਿੱਚ, ਕਿਸ ਤਰ੍ਹਾਂ, ਤੁਹਾਡਾ ਕੀ ਕਹਿਣਾ ਇਸ ਬਾਰੇ? ਹਾਂਜੀ ਬਿਲਕੁਲ ਹੋ ਰਿਹਾ ਚੁੱਕਾ। ਇਹਦਾ ਬੇਸਿਕਲੀ ਪੇਰੈਂਟਸ ਦੇ ਹੱਥ 'ਚ ਹੀ ਹੈ। ਤੁਸੀਂ ਬੱਚੇ ਪੇਰੈਂਟਸ ਨੂੰ ਦੇਖਦੇ ਤਾਂ ਤੁਸੀਂ ਕਿਹਾ ਵੀ ਜਿਨ੍ਹਾਂ ਨੇ ਟੋਕਣਾ ਹੈਗਾ ਉਹ ਆਪ ਖੁਦ ਬਿਜ਼ੀ ਹੈਗੇ ਹੈ। ਸੋ ਜੇ ਪੇਰੈਂਟਸ ਓਬਵੀਅਸਲੀ ਅੱਜ ਕੱਲ੍ਹ ਹਰ ਬੰਦਾ ਬਿਜ਼ੀ ਹੈ, ਹਰ ਕੋਈ ਵਰਕਿੰਗ ਹੈ। ਜੇ ਹਸਬੈਂਡ ਕੰਮ ਕਰ ਰਿਹਾ ਤਾਂ ਵਾਈਫ ਵੀ ਵਰਕਿੰਗ ਹੈਗੀ ਹੈ। ਸੋ ਜਦੋਂ ਸ਼ਾਮ ਨੂੰ ਆਉਂਦੇ ਆ ਤਾਂ ਸ਼ਾਮ ਨੂੰ ਆ ਕੇ ਥੋੜ੍ਹਾ ਟਾਈਮ ਹੁੰਦਾ ਤੁਸੀਂ ਟੀਵੀ ਦੇਖਣ ਲੱਗ ਜਾਂਦੇ ਆ, ਕਦੀ ਕੋਈ ਆਪਣਾ ਮੋਬਾਈਲ ਦੇਖਣ ਲੱਗ ਜਾਂਦਾ। ਸੋ ਬੱਚੇ ਜਿਹੜੇ ਹੈਗੇ ਉਹ ਸਾਰਾ ਦਿਨ ਹੀ ਮੋਬਾਈਲ ਤੇ ਲੱਗੇ ਹੁੰਦੇ। ਅੱਜ ਕੱਲ੍ਹ ਤਾਂ ਆਨਲਾਈਨ ਕਲਾਸਿਸ ਵੀ ਚੱਲ ਰਹੀਆਂ, ਆਨਲਾਈਨ ਕਲਾਸਿਸ ਕਰਕੇ ਉਹਦੇ ਕਰਕੇ ਹੋਰ ਬਹਾਨਾ ਮਿਲ ਗਿਆ। ਪਰ ਫਿਰ ਵੀ ਸਾਨੂੰ ਬੱਚਿਆਂ ਨੂੰ ਬਚਪਨ ਤੋਂ, ਜਦੋਂ ਛੋਟੀ ਉਮਰ ਤੋਂ ਹੀ ਸਾਨੂੰ ਚਾਹੀਦਾ ਉਹਨਾਂ ਨੂੰ ਐਕਟਿਵਲੀ ਸਪੋਰਟਸ ਦੇ ਵਿੱਚ ਪਾਰਟੀਸਪੇਟ ਕਰਾਉਣਾ ਚਾਹੀਦਾ। ਜੇ ਮੈਂ ਆਪਣੀ ਗੱਲ ਕਰਾਂ, ਤੁਹਾਡੀ ਗੱਲ ਕਰਾਂ, ਅਸੀਂ ਬਚਪਨ ਦੇ ਵਿੱਚ ਹਮੇਸ਼ਾ ਐਕਟਿਵ ਰਹੇ ਹਾਂ। ਟੇਬਲ ਟੈਨਿਸ ਖੇਡਦੇ ਸੀ, ਕ੍ਰਿਕਟ ਖੇਡਦੇ ਸੀ। ਮੈਂ ਹੁਣ ਵੀ ਇਨਫੈਕਟ ਜਿਮ ਜਾਂਦਾ ਆ, ਕ੍ਰਿਕਟ ਖੇਡਦਾ ਹਾਂ। ਜਦੋਂ ਵੀ ਟਾਈਮ ਮਿਲਦਾ ਆਪਾਂ ਕੱਢ ਕੇ ਕੁਛ ਨਾ ਕੁਛ ਕਰਦੇ ਰਹੀਦਾ। ਸੋ ਉਹੀ ਬੱਚੇ ਵੀ ਦੇਖਦੇ ਵੀ ਜੇ ਪਾਪਾ ਜਾ ਸਕਦੇ ਆ ਤਾਂ ਸਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ, ਰੋਲ ਮਾਡਲ ਬਣ ਜਾਂਦੇ ਸੀ। ਉਸ ਤਰੀਕੇ ਨਾਲ ਫਿਰ ਬੱਚਿਆਂ ਦੇ ਵਿੱਚ ਵੀ ਇੰਟਰਸਟ ਜਨਰੇਟ ਹੁੰਦਾ। ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ। ਜੇ ਤੁਸੀਂ ਜਾਓ ਕਿਤੇ ਵੀ ਗਰਾਊਂਡ ਜਾਣਾ ਤਾਂ ਬੱਚਿਆਂ ਨੂੰ ਕੋਸ਼ਿਸ਼ ਕਰੋ ਨਾਲ ਲੈ ਕੇ ਜਾਓ, ਉਹਦਾ ਵੀ ਇੰਟਰਸਟ ਜਨਰੇਟ ਹੁੰਦਾ ਬੱਚੇ ਦਾ। ਕਿਸੇ ਸਪੋਰਟਿੰਗ ਐਕਟੀਵਿਟੀਜ਼ ਜਾ ਰਹੇ ਹੋ ਉਹਨੂੰ ਐਨਕਰੇਜ ਕਰੋ। ਪੜ੍ਹਾਈ ਜ਼ਰੂਰੀ ਹੈ, ਪੜ੍ਹਾਈ ਦੇ ਨਾਲ ਨਾਲ ਸਪੋਰਟਸ ਜਿਹੜੀਆਂ ਇਹ ਤੁਹਾਡੀ ਓਵਰਆਲ ਜਿਹੜੀ ਪਰਸਨੈਲਿਟੀ ਹੈ ਉਹ ਸਪੋਰਟਸ ਨੇ ਡਿਵੈਲਪ ਕਰਨੀ ਹੁੰਦੀ ਹੈ। ਪੜ੍ਹਾਈ ਤਾਂ ਚਲੋ ਬੰਦਾ ਪੜ੍ਹਦਾ ਰਹਿੰਦਾ, ਉਹ ਸਾਰੀ ਉਮਰ ਹੀ ਪੜ੍ਹਨਾ ਹੁੰਦਾ, ਬਟ ਸਪੋਰਟਸ ਦੀ ਜਿਹੜੀ ਹੈ ਉਹ ਤੁਹਾਡੀ ਪਰਸਨੈਲਿਟੀ 'ਤੇ ਬਹੁਤ ਫਰਕ ਪੈਂਦਾ, ਤੁਹਾਡਾ ਲਾਈਫ ਸਟਾਈਲ 'ਤੇ ਫਰਕ ਪੈਂਦਾ। ਇੱਕ ਐਕਸਰਸਾਈਜ਼ ਦੀ ਇੱਕ ਵਾਰੀ ਆਦਤ ਬਣ ਜਾਵੇ ਫਿਰ ਉਹ ਚੱਲਦੀ ਰਹਿੰਦੀ ਹੈ, ਫਿਰ ਉਹ ਛੱਡਣੀ ਮੁਸ਼ਕਿਲ ਹੋ ਜਾਂਦੀ। ਫਿਰ ਤੁਸੀਂ ਭਾਵੇਂ ਬਜ਼ੁਰਗ ਵੀ ਹੋ ਜਾਓ ਫਿਰ ਵੀ ਬੰਦਾ ਕਹਿੰਦਾ ਮੈਂ ਨਹੀਂ ਅੱਧਾ ਘੰਟਾ ਸੈਰ ਕਰ ਲਾਂ। ਤਾਂ ਜੇ ਸੈਰ ਨਹੀਂ ਕੀਤੀ ਬੰਦੇ ਨੂੰ ਲੱਗਦਾ ਅੱਜ ਕੁਛ ਕਮੀ ਹੈ, ਅੱਜ ਮੇਰਾ ਪ੍ਰੋਪਰ ਰੂਟੀਨ ਪੂਰਾ ਨਹੀਂ ਹੋਇਆ। ਸੈਂਸਰ ਬੋਲਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਸੈਰ ਦੇ ਵੀ ਐਡਿਕਟ ਹੋ ਜਾਂਦੇ ਆ। ਹਾਂਜੀ ਬਿਲਕੁਲ। ਡਾਕਟਰ ਸਾਹਿਬ ਬਹੁਤ ਅੱਛੀ ਤੁਸੀਂ ਗੱਲ ਕਹੀ ਹੈ ਕਿ ਜਿਹੜੀਆਂ ਇਲੈਕਟ੍ਰੋਨਿਕਸ ਡਿਵਾਈਸਿਸ ਨੇ, ਔਰ ਪਿਆਰੇ ਸਰੋਤਿਓ ਆਪਣੇ ਇਸ ਟਾਕ ਸ਼ੋਅ ਦੇ ਰਾਹੀਂ ਅਸੀਂ ਇੱਕ ਸੰਦੇਸ਼ ਦੇ ਰਹੇ ਹਾਂ ਕਿ ਬੱਚਿਆਂ ਨੂੰ ਪਲੇਗਰਾਊਂਡ ਦੇ ਵਿੱਚ ਜ਼ਰੂਰ ਭੇਜੋ ਤਾਂ ਜੋ ਮੋਟਾਪੇ ਵਰਗੀ ਇਸ ਬਿਮਾਰੀ ਤੋਂ ਜਿਹੜਾ ਹੈ ਨਿਜਾਤ ਪਾਈ ਜਾ ਸਕੇ ਔਰ ਬੱਚਿਆਂ ਨੂੰ ਮੋਟਾਪੇ ਤੋਂ ਦੂਰ ਰੱਖਿਆ ਜਾ ਸਕੇ। ਡਾਕਟਰ ਸਾਹਿਬ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ। ਔਰ ਡਾਕਟਰ ਸਾਹਿਬ ਇੱਕ ਕਈ ਵਾਰੀ ਦੇਖਣ ਚ ਆਉਂਦਾ ਕੁਝ ਬਿਮਾਰੀਆਂ ਵੀ ਐਸੀਆਂ ਨੇ ਕਿ ਉਹਨਾਂ ਦੇ ਸਾਈਡ ਇਫੈਕਟ ਕਰਕੇ ਵੀ ਮੋਟਾਪਾ ਹੋ ਜਾਂਦਾ ਹੈ। ਉਹ ਕੀ ਤੁਹਾਡਾ ਕਹਿਣਾ, ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਕਰਕੇ ਸਾਈਡ ਇਫੈਕਟ ਦੇ ਤੌਰ ਤੇ ਮੋਟਾਪਾ ਆਉਂਦਾ ਹੈ? ਮੋਸਟਲੀ ਚੋਪੜਾ ਜੀ, ਜਿੱਦਾਂ ਇੱਕ ਤਾਂ ਚਲੋ ਆਪਾਂ ਲਾਈਫ ਸਟਾਈਲ ਡਿਸਆਰਡਰ ਆਪਾਂ ਕਿਹਾ ਹੀ ਹੈ, ਜਿੱਦਾਂ ਜਿਹੜੇ ਬੰਦੇ ਸੈਡੈਂਟਰੀ ਲਾਈਫ ਸਟਾਈਲ ਹੈਗਾ ਜਿੱਦਾਂ ਅੱਜ ਕੱਲ੍ਹ ਸਾਡਾ, ਉਹਦੇ ਕਰਕੇ ਹੋ ਜਾਂਦਾ। ਦੂਸਰਾ, ਜੇ ਥਾਇਰਾਇਡ ਤੁਹਾਡਾ ਘੱਟ ਕੰਮ ਕਰਦਾ, ਜਿਹਨੂੰ ਅਸੀਂ ਹਾਈਪੋਥਾਇਰਾਇਡਿਜ਼ਮ ਕਹਿੰਦੇ ਹਾਂ। ਸੋ ਹਾਈਪੋਥਾਇਰਾਇਡਿਜ਼ਮ ਦੇ ਵਿੱਚ ਸਾਡਾ ਬਾਡੀ ਦਾ ਮੈਟਾਬੋਲਿਕ ਰੇਟ ਹੁੰਦਾ ਵੀ ਜਿੱਦਾਂ ਸਾਡੇ ਬਾਡੀ ਦੇ ਵਿੱਚ ਕੈਲੋਰੀਜ਼ ਬਰਨ ਕਰਨ ਦੀ ਖਮਤਾ ਜਿਹੜੀ ਹੈ ਉਹ ਘਟ ਜਾਂਦੀ ਹੈ। ਸੋ ਉਹ ਕਹਿੰਦੇ ਵੀ ਜੇ ਥੋੜਾ ਜਿਹਾ ਵੀ ਖਾਂਦਾ ਤਾਂ ਉਹ ਵੀ ਉਹਨੂੰ ਜ਼ਿਆਦਾ ਲੱਗਦਾ। ਕਈਆਂ ਨੂੰ ਜਮਾ ਨਹੀਂ ਲੱਗਦਾ, ਕਈ ਬਹੁਤ ਜ਼ਿਆਦਾ ਖਾਂਦੇ ਆ, ਉਹ ਕਹਿੰਦੇ ਇਹਨੂੰ ਖਾਣਾ ਹੀ ਨਹੀਂ ਲੱਗਦਾ, ਉਹ ਵਿਚਾਰਾ ਪਤਲਾ ਹੀ ਰਹਿੰਦਾ। ਸੋ ਉਹਨਾਂ ਦੇ ਵਿੱਚ ਵੀ ਕਈ ਵਾਰੀ ਥਾਇਰਾਇਡ ਜ਼ਿਆਦਾ ਕੰਮ ਕਰਦਾ ਹੁੰਦਾ। ਸੋ ਦੋ ਤਰ੍ਹਾਂ ਦੇ ਹੁੰਦੇ ਥਾਇਰਾਇਡ, ਹਾਈਪਰਥਾਇਰਾਇਡਿਜ਼ਮ ਤੇ ਹਾਈਪੋਥਾਇਰਾਇਡਿਜ਼ਮ। ਥਾਇਰਾਇਡ ਡਿਸਆਰਡਰ ਬੇਸਿਕਲੀ ਵੇਟ ਡਿਸਆਰਡਰ ਹੋ ਗਿਆ। ਥਾਇਰਾਇਡ ਜਿਹਦਾ ਘੱਟ ਕੰਮ ਕਰਦਾ ਉਹਨੂੰ ਵਜ਼ਨ ਪੁਟ ਔਨ ਕਰਨ ਦੀ ਟੈਂਡੈਂਸੀ ਨਾਰਮਲ ਆਦਮੀ ਨਾਲੋਂ ਜ਼ਿਆਦਾ ਹੁੰਦੀ ਹੈ। ਤੇ ਇਹ ਤੋਂ ਇਲਾਵਾ ਹੋਰ ਜਿੱਦਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਅਸੀਂ ਕਹਿੰਦੇ ਹਾਂ, ਜਦੋਂ ਓਵਰੀਜ਼ ਦੇ ਵਿੱਚ ਆਂਡੇਦਾਨੀਆਂ ਦੇ ਵਿੱਚ ਕੁਝ ਰਸੌਲੀਆਂ ਬਣ ਜਾਂਦੀਆਂ, ਹਾਰਮੋਨਸ ਦੀ ਉੱਤੇ ਥੱਲੇ ਹੋ ਜਾਂਦੇ ਹਾਰਮੋਨਸ, ਉਹਨਾਂ ਕਰਕੇ ਵੇਟ ਗੇਨ ਦੀ ਟੈਂਡੈਂਸੀ ਵੱਧ ਜਾਂਦੀ ਹੈ। ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਹਾਈਪੋ ਐਡਰਨਲਿਜ਼ਮ, ਕਈ ਸਾਰੇ ਹਾਰਮੋਨਸ ਹੈਗੇ ਬਾਡੀ ਦੇ ਵਿੱਚ ਜਿਹੜੇ ਇਹਨੂੰ ਕੰਟਰੋਲ ਕਰਦੇ ਆ ਸਾਡੇ ਵੇਟ ਨੂੰ। ਫਿਰ ਕੁਝ ਡਰੱਗਸ ਆ ਜਾਂਦੀਆਂ, ਕੁਝ ਦਵਾਈਆਂ ਹੁੰਦੀਆਂ ਜਿਹੜੀ ਬੜੇ ਲੰਬੇ ਸਮੇਂ ਲਈ ਅਸੀਂ ਸਟੀਰੋਇਡਸ ਵਗੈਰਾ ਜਿਹੜੇ ਖਾਂਦੇ ਆ। ਸਟੀਰੋਇਡਸ ਇੱਕ ਦਵਾਈਆਂ ਹੁੰਦੀਆਂ ਜਿਹੜੀਆਂ ਅਸੀਂ ਕਈ ਵਾਰੀ ਗੋਡਿਆਂ ਲਈ ਖਾਂਦੇ ਆ, ਜੋੜਾਂ ਦੇ ਦਰਦ ਲਈ ਖਾਂਦੇ ਆ। ਸੋ ਉਹ ਦਵਾਈਆਂ ਦਾ ਵੀ ਸਾਈਡ ਇਫੈਕਟ ਮੋਟਾਪਾ ਹੋ ਸਕਦਾ। ਹਾਂਜੀ, ਮੋਟਾਪਾ ਹੋ ਸਕਦਾ ਸਾਈਡ ਇਫੈਕਟ ਕਰਕੇ। ਹਾਂਜੀ ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਤੁਸੀਂ ਇੱਕ ਡਾਕਟਰ ਸਾਹਿਬ ਆਪਾਂ ਚੀਜ਼ ਦੇਖੀ ਹੈ ਕਿ ਲਾਈਫ ਸਟਾਈਲ ਦੀ ਗੱਲ ਕੀਤੀ ਆਪਾਂ ਨੇ। ਜੇ ਲਾਈਫ ਸਟਾਈਲ ਦੇ ਵਿੱਚ ਗੱਲ ਕਰੀਏ ਤਾਂ ਕਿਹੜੀ ਸੈਗਮੈਂਟ, ਐਕਸਰਸਾਈਜ਼ ਦੀ ਤੁਸੀਂ ਗੱਲ ਦੱਸ ਦਿੱਤੀ ਹੈ, ਲੇਕਿਨ ਡਾਈਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਕਿਹੜੀ ਡਾਈਟ ਜਿਹੜੀ ਹੈ ਖਾਵੇ ਵਿਅਕਤੀ, ਕੋਈ ਵੀ ਇਨਸਾਨ, ਤਾਂ ਜੋ ਮੋਟਾਪੇ ਤੋਂ ਦੂਰ ਰਹਿ ਸਕੇ ਤੇ ਕਿਸ ਤਰੀਕੇ ਨਾਲ ਖਾਣੀ ਚਾਹੀਦੀ? ਥੋੜੀ ਜਿਹੀ ਗੱਲਬਾਤ ਮੈਂ ਚਾਹਾਂਗਾ ਕਿ ਸਾਨੂੰ ਡਾਈਟ ਬਾਰੇ ਜਿਹੜੇ ਸਾਡੇ ਸਰੋਤਿਆਂ ਨੂੰ ਤੁਸੀਂ ਜਾਣਕਾਰੀ ਜ਼ਰੂਰ ਦਿਓ। ਅੱਛਾ ਭਾਈ, ਡਾਈਟ ਦਾ ਬਹੁਤ ਵੱਡਾ ਰੋਲ ਹੈ, ਪਰ ਮਤਲਬ ਸਭ ਤੋਂ ਵਧੀਆ ਡਾਈਟ ਤਾਂ ਘਰ ਦੀ ਡਾਈਟ ਹੈ। ਜੋ ਅਸੀਂ ਘਰ 'ਚ ਦਾਲ ਫੁਲਕਾ ਖਾਂਦੇ ਹਾਂ ਉਹ ਸਭ ਤੋਂ ਵਧੀਆ ਹੈਗਾ। ਤੇ ਬਟ ਉਹਦੇ ਵਿੱਚ ਵੀ ਜਿਹੜੀ ਸਾਡੀ ਟ੍ਰੈਡੀਸ਼ਨਲ ਇੰਡੀਅਨ ਡਾਈਟ ਦੀ ਅਸੀਂ ਗੱਲ ਕਰੀਏ ਜਾਂ ਟ੍ਰੈਡੀਸ਼ਨਲ ਲੈਟਸ ਸੇ ਪੰਜਾਬੀ ਡਾਈਟ ਦੀ ਗੱਲ ਕਰੀਏ, ਉਹ ਵੀ ਇੰਡੀਅਨ ਡਾਈਟ ਪੰਜਾਬੀ ਡਾਈਟ ਇੱਕੋ ਹੀ ਹੈ, ਕੋਈ ਬਹੁਤਾ ਫਰਕ ਨਹੀਂ ਹੈ। ਉਹਦੇ ਵਿੱਚ ਸਾਡੀ ਕਾਰਬੋਹਾਈਡਰੇਟਸ ਦੀ ਮਾਤਰਾ ਬਹੁਤ ਜ਼ਿਆਦਾ। ਸੋ ਆਲਮੋਸਟ 70 ਤੋਂ 80% ਤਕਰੀਬਨ ਅਸੀਂ ਕਾਰਬੋਹਾਈਡਰੇਟਸ ਕੰਜ਼ਿਊਮ ਕਰਦੇ ਹਾਂ। ਸੋ ਪ੍ਰੋਟੀਨਸ ਦੀ ਮਾਤਰਾ ਬਹੁਤ ਘੱਟ ਹੈਗੀ ਹੈ ਤੇ ਫੈਟਸ ਦੀ ਮਾਤਰਾ
ਵੀ ਕਈਆਂ ਦੀ ਜ਼ਿਆਦਾ ਕਈਆਂ ਦੀ ਘੱਟ ਆ, ਉਹ ਵੇਰੀ ਕਰਦੀ ਰਹਿੰਦੀ ਹੈ। ਸੋ ਜੋ ਰეკਮੈਂਡਡ ਹੈਗਾ ਆ ਉਹ ਹੁੰਦਾ ਬਈ ਕਾਰਬੋਹਾਈਡਰੇਟਸ ਨਾਰਮਲੀ ਜੋ ਇੰਡੀਅਨ ਡਾਈਟ ਹੈਗੀ ਉਹਦੇ ਚ ਆਲਮੋਸਟ 80% ਤਾਂ ਹੀ ਕਾਰਬੋਹਾਈਡਰੇਟਸ ਹੁੰਦੇ ਆ। तो बट कार्बोहाइड्रेट्स जो रिकमेंडेड है दैट इज़ अराउंड 60 to 70% कार्बोहाइड्रेट्स होने चाहिए है। तो इदा ही फैट्स से प्रोटीन्स भी 15 to 20% के करीब होने चाहिए है। ਜਿਹੜੇ प्रोटीन्स है तो फैट्स तकरीबन 8 to 10% होने चाहिए। सो ये जी डाइट जी हैगी है जिदा इदा असी कार्बोहाइड्रेट्स ਵਧਾਉਂਦੇ ਜਾਵਾਂਗੇ ਜਾਂ फैट्स ਵਧਾਉਂਦੇ ਜਾਵਾਂਗੇ ਤਾਂ ਉਹ ਸਾਡਾ ਮੋਟਾਪਾ ਵੱਧਦਾ ਜਾਏਗਾ, प्रोटीन ਘਟਦੇ ਜਾਣਗੇ। ਸੋ ਜੇ ਅਸੀਂ ਪ੍ਰੋਟੀਨ ਵਧਾਵਾਂਗੇ, ਕਾਰਬੋਹਾਈਡਰੇਟਸ ਤੇ ਫੈਟ ਥੋੜੇ ਘੱਟ ਕਰਦੇ ਜਾਵਾਂਗੇ ਤਾਂ ਫਿਰ ਉਹ ਤੁਹਾਡੀ ਜਿਹੜੀ ਹੈ ਉਹ ਮਤਲਬ ਫਿਟਨੈਸ ਇੰਪਰੂਵ ਹੁੰਦੀ ਰਹਿੰਦੀ ਹੈ। ਅਸੀਂ ਸਿੰਪਲ ਜੀ ਗੱਲ ਕਰਦੇ ਹਾਂ ਵੀ ਸਿੰਪਲ ਅਸੀਂ ਦਾਲ ਫੁਲਕੇ ਦੀ ਗੱਲ ਕਰਦੇ ਹਾਂ। ਸੋ ਰੋਟੀਆਂ ਜਿਹੜੀਆਂ ਹੈਗੀਆਂ, ਚਪਾਤੀ ਜਿਹੜੀ ਹੈ ਉਹ ਕਾਰਬੋਹਾਈਡਰੇਟ ਹੈ ਜੀ। ਉਹ ਕਈ ਬੰਦੇ ਜਿਹੜੇ ਜ਼ਿਆਦਾ ਰੋਟੀਆਂ ਖਾਂਦੇ, 4 ਰੋਟੀਆਂ ਖਾਂਦੇ, 5 ਰੋਟੀਆਂ ਖਾਂਦੇ ਆ, ਸੋ ਉਹਨਾਂ ਨੂੰ ਰੋਟੀਆਂ ਘਟਾ ਦੇਣੀਆਂ ਚਾਹੀਦੀਆਂ। ਸੋ ਜਿਹੜੀ ਦਾਲਾਂ ਹੈਗੀਆਂ ਉਹ ਪ੍ਰੋਟੀਨਸ ਹੈਗੇ ਆ, ਉਹ ਪ੍ਰੋਟੀਨ ਹੈਗੇ ਆ। ਜਿਹੜੀ ਸਬਜ਼ੀ ਹੈ ਉਹ ਰਫੇਜ ਹੈਗੀ ਆ, ਪਰ ਤਕਰੀਬਨ ਸਾਡੀ ਹਰ ਸਬਜ਼ੀ 'ਚ ਆਲੂ ਪੈਂਦਾ, ਆਲੂ ਕਾਰਬੋਹਾਈਡਰੇਟ ਹੈ। ਸੋ ਆਲੂ ਘਟਾਏ ਜਾ ਸਕਦੇ ਆ, ਗ੍ਰੀਨ ਲੀਫੀ ਵੈਜੀਟੇਬਲਸ ਵੈਜੀਟੇਬਲਸ ਵਧਾਈਆਂ ਜਾ ਸਕਦੀਆਂ, ਆਲੂ ਘਟਾਏ ਜਾ ਸਕਦੇ, ਰੋਟੀਆਂ ਘਟਾਈਆਂ ਜਾ ਸਕਦੀਆਂ, ਮਿੱਠਾ ਘਟਾਇਆ ਜਾ ਸਕਦਾ। ਤਾਂ ਪਿਆਰੇ ਸਰੋਤਿਓ, ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਰੋਟੀਆਂ ਦੀ ਜਿਹੜੀ ਹੈ ਉਹ ਗਿਣਤੀ ਘਟਾਈ ਜਾਵੇ, ਆਲੂ ਘਟਾਏ ਜਾਣ, ਕਿਉਂਕਿ ਆਲੂ ਸਾਡੀ ਸਬਜ਼ੀ ਦਾ ਪੰਜਾਬ 'ਚ ਰਾਜਾ ਹੈ ਤੇ ਉਸ ਨੂੰ ਘਟਾਇਆ ਜਾਵੇ। ਔਰ ਰਫੇਜ ਜਿਹੜੀ ਹੈ ਗ੍ਰੀਨ ਵੈਜੀਟੇਬਲ ਜਿਹੜੀਆਂ ਤੁਹਾਡਾ ਕਹਿਣਾ ਕਿ ਉਹਨਾਂ ਨੂੰ ਵਧਾਇਆ ਜਾਵੇ। ਮਿਲਕ ਐਂਡ ਮਿਲਕ ਪ੍ਰੋਡਕਟਸ ਅਸੀਂ ਲੈ ਸਕਦੇ ਹਾਂ, ਕੋਈ ਤੰਗੀ ਨਹੀਂ ਹੈ। ਇਨਫੈਕਟ ਨਾਨ ਵੈਜ ਵੀ ਲੈ ਸਕਦੇ। ਬਹੁਤ ਸਾਰਿਆਂ ਦੇ ਵਿੱਚ ਸਾਡੇ ਦਿਮਾਗ 'ਚ ਹੁੰਦਾ ਵੀ ਮੀਟ ਖਾਣ ਨਾਲ ਵਜ਼ਨ ਵੱਧਦਾ। ਇਹ ਬੜਾ ਵੱਡਾ ਸਵਾਲ ਹੈ। ਜਿਹੜਾ ਚਿਕਨ ਜਾਂ ਆਪਣਾ ਵਾਈਟ ਮੀਟ ਹੈਗਾ ਆ ਉਹ ਹਮੇਸ਼ਾ ਅੱਛਾ ਮੰਨਿਆ ਜਾਂਦਾ ਬਿਕੋਜ਼ ਉਹਦੇ ਪ੍ਰੋਟੀਨਸ ਦੀ ਮਾਤਰਾ ਬਹੁਤ ਜ਼ਿਆਦਾ ਹੈ। ਜਿਹੜਾ ਰੈੱਡ ਮੀਟ ਹੈਗਾ ਹੈ ਡੈਫੀਨੇਟਲੀ ਉਹਦੇ ਵਿੱਚ ਫੈਟਸ ਹੁੰਦੇ ਆ, ਤਾਂ ਕਈ ਵਾਰੀ ਬਹੁਤ ਜ਼ਿਆਦਾ ਐਕਸੈਸਿਵ ਕੰਜ਼ੰਪਸ਼ਨ ਆਫ ਰੈੱਡ ਮੀਟ ਕੈਨ ਬੀ ਹਾਰਮਫੁਲ। ਬਟ ਅਦਰਵਾਈਜ਼ ਜਿਹੜਾ ਮੀਟ ਹੈ ਤੇ ਪ੍ਰੋਟੀਨਸ ਹੈ, ਮਿਲਕ ਐਂਡ ਮਿਲਕ ਪ੍ਰੋਡਕਟਸ ਹੈ, ਐਗਸ ਹੈਗੇ ਆ, ਉਹ ਹਮੇਸ਼ਾ ਸਾਨੂੰ ਪ੍ਰੋਟੀਨਸ ਦਿੰਦੇ ਆ ਤੇ ਉਹਦੀ ਕੰਜ਼ੰਪਸ਼ਨ ਸਾਨੂੰ ਵਧਾਉਣੀ ਚਾਹੀਦੀ ਹੈ। ਡੈਫੀਨੇਟਲੀ ਕਾਰਬੋਹਾਈਡਰੇਟ ਸਾਨੂੰ ਘਟਾਉਣੇ ਚਾਹੀਦੇ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਨਾਨ ਵੈਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੈੱਡ ਮੀਟ ਔਰ ਵਾਈਟ ਮੀਟ ਦੀ, ਲੇਕਿਨ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਦੇ ਲਈ ਪ੍ਰੋਟੀਨ ਕਿਸ ਤਰ੍ਹਾਂ ਜਿਹੜਾ ਉਹ ਕਿੱਥੋਂ ਲੈ ਸਕਦੇ ਨੇ ਪ੍ਰੋਟੀਨ? ਜਿੱਦਾਂ ਕਿ ਦੱਸਿਆ ਚੋਪੜਾ ਜੀ ਮੈਂ ਕਿ ਮਿਲਕ ਐਂਡ ਮਿਲਕ ਪ੍ਰੋਡਕਟਸ ਜਿਹੜੇ ਹੈਗੇ ਆ ਦੇ ਆਰ ਆਲਸੋ ਅ ਗੁੱਡ ਸੋਰਸ ਆਫ ਪ੍ਰੋਟੀਨਸ। ਇੱਕ ਸਿੰਪਲ ਜੀ ਮੈਂ ਦੱਸਦਾ ਹਾਂ ਤੁਹਾਨੂੰ ਐਗਜ਼ਾਮਪਲ ਵੀ ਜਿਹੜੀ ਇੱਕ ਕਟੋਰੀ ਦਹੀਂ ਦੀ ਹੁੰਦੀ ਹੈ ਜੀ, ਉਹਦੇ ਤਕਰੀਬਨ ਸਾਨੂੰ 5 ਗ੍ਰਾਮ ਪ੍ਰੋਟੀਨ ਦੇ ਮਿਲਦੇ ਆ ਜੀ। ਤਾਂ ਇੱਕ ਜਿਹੜਾ ਆਂਡਾ ਹੁੰਦਾ, ਇੱਕ ਐਗ ਜਿਹੜਾ ਹੁੰਦਾ, ਜੇ ਉਹਦੇ 'ਚੋਂ ਅਸੀਂ ਯੈਲੋ ਪਾਰਟ ਕੱਢ ਦਈਏ ਤਾਂ ਉਹ ਸਾਨੂੰ 3 ਤੋਂ 4 ਗ੍ਰਾਮ ਪ੍ਰੋਟੀਨ ਦਿੰਦਾ। ਦਹੀਂ 'ਚ ਜ਼ਿਆਦਾ ਪ੍ਰੋਟੀਨ, ਜੇ ਦਹੀਂ ਦੀ ਕਟੋਰੀ ਜਿਹੜੀ ਆ ਉਹਦੇ ਜ਼ਿਆਦਾ ਮਿਲਦੇ। ਚੋਪੜਾ ਜੀ, ਜੇ ਅਸੀਂ ਪ੍ਰੋਟੀਨ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਜਿਹੜੀ ਸਾਡੀ ਰਿਕੁਆਇਰਮੈਂਟ ਪ੍ਰੋਟੀਨਸ ਦੀ ਹੁੰਦੀ ਹੈ ਦੈਟ ਇਜ਼ ਟੇਕਨ ਐਜ਼ 1 ਗ੍ਰਾਮ ਪਰ kg ਬੋਡੀ weight। ਸੋ ਜੇ ਕੋਈ 70 ਕਿਲੋ ਦਾ ਬੰਦਾ ਆ ਤਾਂ ਉਹਦੀ ਰਿਕੁਆਇਰਮੈਂਟ 70 ਗ੍ਰਾਮ ਪ੍ਰੋਟੀਨ ਦੀ ਹੈ ਪਰ ਡੇ। ਸੋ ਹਰ ਰੋਜ਼ ਉਹਨੂੰ 70 ਗ੍ਰਾਮ ਪ੍ਰੋਟੀਨ ਖਾਣਾ ਪੈਂਦਾ। ਸੋ ਜਦੋਂ ਅਸੀਂ ਹੈਵੀ ਐਕਸਰਸਾਈਜ਼ ਕਰਦੇ ਹਾਂ, ਹੈਵੀ ਜਿਮਿੰਗ ਕਰਦੇ ਹਾਂ, ਤਾਂ ਫਿਰ ਉਹ ਰਿਕੁਆਇਰਮੈਂਟ ਸਾਡੀ ਵੱਧ ਜਾਂਦੀ ਹੈ, ਈਵਨ 1.5 ਤੋਂ 2 ਗ੍ਰਾਮ ਤੱਕ ਵੀ ਵੱਧ ਜਾਂਦੀ ਹੈ। ਸੋ ਉਹ ਕਈ ਵਾਰੀ 70 ਕਿਲੋ ਵਾਲਾ ਬੰਦਾ ਤਕਰੀਬਨ 110 ਗ੍ਰਾਮ ਪ੍ਰੋਟੀਨ ਜਾਂ 150 ਗ੍ਰਾਮ ਪ੍ਰੋਟੀਨ ਤੱਕ ਵੀ ਲੈ ਸਕਦਾ ਤੇ ਉਹਨੂੰ ਹਜ਼ਮ ਵੀ ਕਰ ਸਕਦਾ। ਪਰ ਉਹ ਵੀ ਉੱਥੇ ਆ ਜਾਂਦਾ ਵੀ ਡਾਈਟਰੀ ਪ੍ਰੋਟੀਨ ਇਜ਼ ਬੈਟਰ ਦੈਨ ਦ ਸਪਲੀਮੈਂਟਸ ਆਰਟੀਫੀਸ਼ੀਅਲ ਜਿਹੜਾ ਸਾਡਾ ਸਪਲੀਮੈਂਟਸ ਦੇ ਨਾਲੋਂ ਡਾਈਟਰੀ ਪ੍ਰੋਟੀਨ ਹੈ। ਜੇ ਪ੍ਰੋਟੀਨ ਦੀ ਗੱਲ ਕਰੀਏ, ਸਪਲੀਮੈਂਟਸ ਜਿਹੜੇ ਪ੍ਰੋਟੀਨ ਦੇ ਨੇ, ਜਿਮਸ ਦੇ ਵਿੱਚ ਖਾਸ ਤੌਰ ਤੇ ਸਪਲੀਮੈਂਟਸ ਬੜੇ ਵਿਕਦੇ ਨੇ ਔਰ ਯੰਗਸਟਰਸ ਜਿਹੜੇ ਖਾਂਦੇ ਨੇ, ਤੁਹਾਡਾ ਉਸ ਦੇ ਬਾਰੇ ਕੀ ਕਹਿਣਾ ਸਰ? ਉਹ ਚੋਪੜਾ ਜੀ, ਮੈਂ ਆਪਣਾ ਪਰਸਨਲ ਐਕਸਪੀਰੀਅੰਸ ਹੀ ਦੱਸਦਾ। ਸਪਲੀਮੈਂਟਸ ਮੈਂ ਥੋੜ੍ਹੀ ਦੇਰ ਟਰਾਈ ਕੀਤੇ ਆ, 4 ਮਹੀਨੇ ਮੈਂ ਵੀ ਜਿਮਿੰਗ ਕਾਫੀ ਕਰਦਾ ਸੀ, ਹੈਵੀ ਜਿਮ ਕੀਤਾ 2 ਸਾਲ ਪਹਿਲਾਂ, ਤੇ ਸਪਲੀਮੈਂਟਸ ਮੈਂ ਤਕਰੀਬਨ 6 ਮਹੀਨੇ ਮੈਂ ਖਾਦੇ ਆ। ਤੇ ਪਰ ਸਪਲੀਮੈਂਟਸ ਦੀ ਪ੍ਰੋਬਲਮ ਕੀ ਹੁੰਦੀ ਹੈ, ਸਪਲੀਮੈਂਟਸ ਨਾਲ ਡੈਫੀਨੇਟਲੀ ਤੁਹਾਡੀ ਪ੍ਰੋਟੀਨ ਰਿਕੁਆਇਰਮੈਂਟ ਤਾਂ ਪੂਰੀ ਹੋ ਜਾਂਦੀ ਹੈ। ਉਹ ਮੈਂ ਕਹਿੰਦਾ 1.5 ਗ੍ਰਾਮਸ ਮਤਲਬ 1.5 ਗੁਣਾ ਨਾਰਮਲ ਬੰਦੇ ਨਾਲੋਂ ਜ਼ਿਆਦਾ ਪ੍ਰੋਟੀਨ ਖਾਣਾ ਪੈਂਦਾ ਜਿਹੜਾ ਬੰਦਾ ਹੈਵੀ ਐਕਸਰਸਾਈਜ਼ ਜਾਂ ਜਿਮਿੰਗ ਕਰਦਾ। ਪਰ ਉਹਦੇ ਨਾਲ ਤੁਹਾਡਾ ਪ੍ਰੋਬਲਮ ਆਉਂਦੀ ਵੀ ਤੁਹਾਡੇ ਲਿਵਰ ਦੇ ਟੈਸਟ ਖਰਾਬ ਹੋਣੇ ਸ਼ੁਰੂ ਹੋ ਜਾਂਦੇ, ਉਹ ਗੁਰਦਿਆਂ ਤੇ ਅਸਰ ਕਰਦੇ ਆ ਸਪਲੀਮੈਂਟਸ ਜਿਹੜੇ ਹੈਗੇ ਆ। ਸੋ ਉਹ ਆਈਡੀਅਲੀ ਉਹ ਅਸੀਂ ਰეკਮੈਂਡ ਨਹੀਂ ਕਰਦੇ। ਸੋ ਵੀ ਡੂ ਨਾਟ ਰეკਮੈਂਡ ਮੈਡੀਸਿਨਸ ਐਂਡ ਸਪਲੀਮੈਂਟਸ ਟੂ ਇਨਕਰੀਜ਼ ਦ ਕੁਆਂਟੀਟੀ ਆਫ ਪ੍ਰੋਟੀਨਸ। ਸੋ ਜੋ ਡਾਈਟ ਤੋਂ ਜਾਂ ਨੈਚੁਰਲ ਪ੍ਰੋਟੀਨਸ ਆ ਸਭ ਤੋਂ ਵਧੀਆ ਤੁਹਾਡੀ ਕਿਡਨੀਜ਼ 'ਤੇ, ਬਿਕੋਜ਼ ਕਈ ਵਾਰੀ ਸਾਡੇ ਕੋਲ ਯੰਗ ਮੁੰਡੇ ਵੀ ਆਉਂਦੇ ਆ ਜਿਨ੍ਹਾਂ ਦੀ ਕ੍ਰੀਏਟਿਨਿਨ ਤੇ ਯੂਰੀਆ ਦੀ ਮਾਤਰਾ ਬੜੀ ਵੱਧ ਗਈ ਹੁੰਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਪ੍ਰੋਟੀਨ ਕਰਕੇ, ਕਿਉਂਕਿ ਉਹ ਪ੍ਰੋਟੀਨ ਇੰਨਾ ਹੈਵੀ ਪ੍ਰੋਟੀਨ ਖਾ ਰਹੇ ਆ। ਉਹ ਜਿਹੜੇ ਜਿਮ ਵਾਲੇ ਮੁੰਡੇ ਆ ਉਹ ਤਾਂ ਟ੍ਰੇਨਰਸ ਹੈਗੇ, ਉਹਨਾਂ ਨੂੰ ਪਤਾ ਨਹੀਂ ਇਹਨੇ ਬਾਰੇ, ਦੇ ਡੋਂਟ ਕੰਸਲਟ ਅ ਡਾਈਟੀਸ਼ੀਅਨ। ਉਹ 2 ਗੁਣਾ 3 ਗੁਣਾ ਜ਼ਿਆਦਾ ਪ੍ਰੋਟੀਨ ਖਾਈ ਜਾਂਦੇ। ਕੋਈ ਇੱਕ ਬੰਦਾ 10 ਆਂਡੇ ਖਾਈ ਜਾਂਦਾ,
ਕੋਈ ਬੰਦਾ ਕੁਛ ਖਾਈ ਜਾਂਦਾ, ਉਹ ਸੋ ਜਿਸ ਉਹਦੇ ਨਾਲ ਜਿਸ ਪਾਸੇ ਲੱਗ ਗਿਆ ਉਹ ਉੱਧਰ ਲੱਗ ਗਿਆ ਉਹਨਾਂ ਨੇ। ਉਹਦੇ ਨਾਲ ਨੁਕਸਾਨ ਹੁੰਦਾ, ਤੁਹਾਡੇ ਲਿਵਰ ਦੇ ਟੈਸਟ LFTs ਜਿਹੜੇ ਆ ਉਹ ਸਾਰੇ ਡਿਰੇਂਜ ਹੋ ਜਾਂਦੇ ਆ, ਤੇ ਤੁਹਾਡੇ ਕਿਡਨੀਜ਼ ਦੇ ਟੈਸਟ ਵੀ ਜਿਹੜੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ, ਤਾਂ ਉਹਦਾ ਨੁਕਸਾਨ ਹੋ ਸਕਦਾ। ਤਾਂ ਲਿਵਰ ਦੀ ਇਨਟੇਕ ਜਿਹੜਾ ਤੁਹਾਡਾ ਕਹਿਣਾ ਹੈ ਕਿ ਸਾਨੂੰ ਬੜੇ ਧਿਆਨ ਨਾਲ ਅੰਡਰ ਪ੍ਰੋਟੀਨ ਸੁਪਰਵਿਜ਼ਨ ਹੀ ਖਾਣੇ ਚਾਹੀਦੇ। ਪ੍ਰੋਟੀਨਸ ਜਿਹੜੇ ਡਾਈਟਰੀ ਪ੍ਰੋਟੀਨਸ ਦਾ ਡੈਫੀਨਿਟਲੀ ਕੋਈ ਪ੍ਰੋਬਲਮ ਨਹੀਂ ਹੈ, ਬਟ ਜਿਹੜੇ ਅਸੀਂ ਸਪਲੀਮੈਂਟਸ ਲੈਂਦੇ ਹਾਂ, ਆਰਟੀਫੀਸ਼ੀਅਲ ਪ੍ਰੋਟੀਨਸ ਲੈਂਦੇ ਹਾਂ, ਉਹਨਾਂ ਨੂੰ ਸਾਨੂੰ ਕਾਫੀ ਧਿਆਨ ਰੱਖਣਾ ਚਾਹੀਦਾ ਤੇ ਸਮੇਂ ਸਿਰ ਆਪਣੇ ਟੈਸਟ ਵੀ ਕਰਾਉਂਦੇ ਰਹਿਣਾ ਚਾਹੀਦਾ। ਡਾਕਟਰ ਸਾਹਿਬ, ਤੁਸੀਂ ਸਾਡੇ ਸਰੋਤਿਆਂ ਨੂੰ ਬੜੀ ਵਧੀਆ ਜਾਣਕਾਰੀ ਦੇ ਰਹੇ ਹੋ। ਮੋਟਾਪੇ ਦੀ ਗੱਲ ਆਪਾਂ ਕਰ ਰਹੇ ਸੀਗੇ ਕਿ ਮੋਟਾਪੇ ਨੂੰ ਆਪਰੇਸ਼ਨਸ ਨਾਲ, ਸਰਜਰੀ ਨਾਲ ਵੀ ਖਤਮ ਕੀਤਾ ਜਾਂਦਾ। ਅੱਜ ਕੱਲ੍ਹ ਇੱਕ ਬੜਾ ਦੇਖਣ ਨੂੰ ਆ ਰਿਹਾ ਕਿ ਸਰਜਰੀਜ਼ ਕੀਤੀਆਂ ਜਾ ਸਕਦੀਆਂ, ਮੋਟਾਪੇ ਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ, ਔਰ ਮੇਰੇ ਖਿਆਲ ਤੁਹਾਡੇ ਹਸਪੀਟਲ ਦੇ ਵਿੱਚ ਵੀ ਇਹ ਫੈਸਿਲਿਟੀ ਹੈ। ਸਾਡੇ ਸਰੋਤਿਆਂ ਨੂੰ ਮੋਟਾਪੇ ਦੀ ਸਰਜਰੀ ਬਾਰੇ ਕੁਝ ਜਾਣਕਾਰੀ ਦਿਓ। ਚੋਪੜਾ ਜੀ, ਜਿੱਦਾਂ ਤੁਹਾਨੂੰ ਪਤਾ ਹੀ ਹੈ, ਮੈਂ ਇੱਕ ਸਰਜਨ ਹੈਗਾ, ਮੈਂ ਆਮ ਲੈਪਰੋਸਕੋਪਿਕ ਸਰਜਨ, ਜਿਹੜੇ ਦੂਰਬੀਨ ਦੇ ਆਪਰੇਸ਼ਨ ਹੈਗੇ ਆ ਉਹ ਕਰਨਾ ਮੇਰੀ ਮਹਾਰਤਾ ਹੈ। ਸੋ ਤਕਰੀਬਨ 2004 ਦੇ ਵਿੱਚ ਮੈਂ ਇੱਥੇ ਜੁਆਇਨ ਕੀਤਾ ਸੀ ਹਸਪੀਟਲ। ਮੇਰੇ ਫਾਦਰ ਨੇ ਆਲਮੋਸਟ 40 ਸਾਲ ਪਹਿਲਾਂ ਸੈਟਅਪ ਕੀਤਾ ਸੀਗਾ, ਤੇ ਉਹ ਵੀ ਇੱਕ ਸਰਜਨ ਨੇ। ਤੇ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਇਹਨੂੰ ਡਿਵੈਲਪ ਕਰਦੇ ਰਹੇ, ਲੈਪਰੋਸਕੋਪਿਕ ਟੈਕਨੀਕਸ ਆਈਆਂ ਇਨੀਸ਼ੀਅਲੀ। ਤੇ 2011 ਦੇ ਵਿੱਚ ਮੈਂ ਥੋੜ੍ਹੇ ਸਮੇਂ ਲਈ ਅਮਰੀਕਾ ਗਿਆ ਟ੍ਰੇਨਿੰਗ ਲਈ, ਮੋਟਾਪੇ ਦੀ ਆਪਰੇਸ਼ਨਾਂ ਦੀ ਟ੍ਰੇਨਿੰਗ ਲਈ ਸਪੈਸੀਫਿਕਲੀ, ਬਿਕੋਜ਼ ਉਦੋਂ ਉਹਨਾਂ ਦਿਨਾਂ 'ਚ ਹਿੰਦੁਸਤਾਨ ਦੇ ਵਿੱਚ ਇਹ ਆਪਰੇਸ਼ਨਸ ਇੰਨੇ ਪਪੂਲਰ ਨਹੀਂ ਸੀਗੇ, ਤੇ ਬਹੁਤ ਥੋੜ੍ਹੇ ਸੈਂਟਰਸ ਹੀ ਸੀਗੇ ਜਿੱਥੇ ਹੋ ਰਹੇ ਸੀਗੇ। ਸੇ 2013 'ਚ ਵਾਪਸ, ਮਤਲਬ 2013 ਦੇ ਵਿੱਚ ਅਸੀਂ ਇੱਥੇ ਪਰਮਾਰ ਹਸਪੀਟਲ ਰੋਪੜ ਦੇ ਵਿੱਚ ਪਹਿਲਾ ਮੋਟਾਪੇ ਦਾ ਆਪਰੇਸ਼ਨ ਕੀਤਾ। ਸੋ ਹਾਂਜੀ, ਤਾਂ ਉਹਨੂੰ ਤਕਰੀਬਨ 7 ਸਾਲ ਹੋ ਗਏ ਨੇ। ਸੋ ਉਹ ਜਿਹੜੇ ਪੇਸ਼ੈਂਟ ਨੇ ਉਹ ਚੰਡੀਗੜ੍ਹੋਂ ਆਏ ਸੀਗੇ, ਤੇ ਮੈਨੂੰ ਹਜੇ ਵੀ ਯਾਦ ਹੈ, ਉਹ CTU ਦਾ ਡਰਾਈਵਰ ਹੈ ਬੰਦਾ ਜਿਹੜਾ ਹੈਗਾ, ਤੇ ਉਸ ਵੇਲੇ ਉਹਨਾਂ ਦਾ ਵਜ਼ਨ ਤਕਰੀਬਨ 140 ਕਿਲੋ ਸੀਗਾ, ਤੇ ਹੁਣ 7 ਸਾਲਾਂ ਦੇ ਵਿੱਚ ਉਹਨਾਂ ਨੇ ਮੇਨਟੇਨ ਕੀਤਾ ਹੈ। ਹੀ ਕੇਮ ਡਾਊਨ ਟੂ ਅਰਾਊਂਡ 83-84 kgs, ਤੇ ਹਾਂ ਹੁਣ ਉਹ ਤਕਰੀਬਨ 86-87 ਕਿਲੋ ਤੇ ਉਹਨਾਂ ਨੇ ਆਪਣਾ ਵਜ਼ਨ ਮੇਨਟੇਨ ਕੀਤਾ ਹੈ ਪਿਛਲੇ 7 ਸਾਲਾਂ ਦੇ ਵਿੱਚ। ਸੋ ਪਿਛਲੇ 7 ਸਾਲਾਂ ਦੇ ਵਿੱਚ ਅਸੀਂ ਬਹੁਤ ਸਾਰੇ ਪੇਸ਼ੈਂਟਸ ਨੇ ਜਿਨ੍ਹਾਂ ਨੇ ਇਹ ਆਪਰੇਸ਼ਨ ਕੀਤੇ ਨੇ। ਆਪਰੇਸ਼ਨ 2-3 ਤਰ੍ਹਾਂ ਦੇ ਆਪਰੇਸ਼ਨ ਹੁੰਦੇ ਆ, ਇਹਨੂੰ ਅਸੀਂ ਬੇਰੀਆਟ੍ਰਿਕ ਸਰਜਰੀ ਕਹਿੰਦੇ ਹਾਂ ਜੇ ਅਸੀਂ ਟੈਕਨੀਕਲ ਟਰਮ ਕਹੀਏ, ਪਰ ਮੋਟਾਪੇ ਦੇ ਆਪਰੇਸ਼ਨ, ਹਾਂ। ਸੋ ਮੋਟਾਪੇ ਦੇ ਆਪਰੇਸ਼ਨ 2 ਤਰ੍ਹਾਂ ਦੇ ਹੁੰਦੇ ਆ। ਇਨਫੈਕਟ 3 ਆਪਰੇਸ਼ਨ ਹਿੰਦੁਸਤਾਨ 'ਚ ਜ਼ਿਆਦਾ ਪਪੂਲਰ ਨੇ। ਸਭ ਤੋਂ ਪਪੂਲਰ ਆਪਰੇਸ਼ਨ ਹੈਗਾ ਸਲੀਵ ਸਰਜਰੀ। ਸਲੀਵ ਸਰਜਰੀ ਮੀਨਸ ਅਸੀਂ ਜਿਹੜਾ ਮੈਦਾ ਆ, ਮੈਦੇ ਦਾ ਸਾਈਜ਼ ਛੋਟਾ ਕਰ ਦਿੰਦੇ ਆ, ਸਟਮਕ ਦੀ ਇੱਕ ਟਿਊਬ ਬਣਾ ਦਿੰਦੇ ਆ, ਜਿਹੜਾ ਐਕਸਟਰਾ ਸਟਮਕ ਹੁੰਦੀ ਹੈ ਉਹਨੂੰ ਅਸੀਂ ਰਿਮੂਵ ਕਰ ਦਿੰਦੇ ਹਾਂ। ਸੋ ਉਹਦੇ ਨਾਲ ਉਹ ਜਿਹੜੀ ਤੁਹਾਡੀ ਕਪੈਸਿਟੀ ਹੈ ਸਟਮਕ ਦੀ, ਮੈਦੇ ਦੀ ਕਪੈਸਿਟੀ ਘਟ ਜਾਂਦੀ ਹੈ। ਨਾਰਮਲ ਜਿਹੜਾ ਮੈਦਾ ਉਹਦੀ ਕਪੈਸਿਟੀ ਤਕਰੀਬਨ 2-2.5 ਲੀਟਰ ਹੁੰਦੀ ਹੈ। ਸੋ ਅਸੀਂ ਉਹ ਇੰਨਾ ਪੋਰਸ਼ਨ ਰਿਮੂਵ ਕਰ ਦਿੰਦੇ ਹਾਂ ਕਿ ਉਹ ਤਕਰੀਬਨ 100 ml ਰਹਿ ਜਾਂਦੀ, 100 ml ਰਹਿ ਜਾਂਦੀ। ਸੋ 100 ml ਮੀਨਸ ਉਹ ਇੰਨਾ ਜਦੋਂ ਬੰਦਾ ਖਾਂਦਾ ਤਾਂ ਉਹਦੇ 'ਚ ਉਹਨੂੰ ਲੱਗਦਾ ਮੇਰਾ ਪੇਟ ਭਰ ਗਿਆ ਤੇ ਮੈਨੂੰ ਹੋਰ ਲੋੜ ਨਹੀਂ ਹੈ ਖਾਣ ਦੀ। ਸੋ ਕਦੀ ਵੀ ਪੇਸ਼ੈਂਟ ਖਾਣੇ ਲਈ ਤਰਸਦਾ ਨਹੀਂ ਹੈ, ਉਹਨੂੰ ਭੁੱਖ ਲੱਗਣੀ ਉਹ ਹਟ ਜਾਂਦੀ। ਸੋ ਜਿੱਦਾਂ ਭੁੱਖ ਘਟ ਜਾਂਦੀ ਹੈ ਤਾਂ ਉਹਦੇ ਨਾਲ ਤੁਹਾਡਾ ਵਜ਼ਨ ਆਪੋ ਆਪ ਹੌਲੀ ਹੌਲੀ ਘਟਦਾ ਰਹਿੰਦਾ ਹੈ। ਵਜ਼ਨ ਜਿਹੜਾ ਇੱਕਦਮ ਨਹੀਂ ਘਟਦਾ, ਇਹ ਤਕਰੀਬਨ 6 ਤੋਂ 9 ਮਹੀਨਿਆਂ ਦੇ ਵਿੱਚ ਹੌਲੀ ਹੌਲੀ ਘਟਦਾ। ਈਵਨ ਆਫਟਰ ਸਰਜਰੀ? ਹਾਂਜੀ, ਆਪਰੇਸ਼ਨ ਤੋਂ ਬਾਅਦ ਤਾਂ ਬੰਦਾ ਤਕਰੀਬਨ ਉੱਦਾਂ ਦਾ ਹੀ ਬਾਹਰ ਆਉਂਦਾ ਹੈ, ਤੇ ਆਪਰੇਸ਼ਨ ਤੋਂ ਬਾਅਦ ਜਿਹੜਾ ਵਜ਼ਨ ਹੈ ਉਹ ਹੌਲੀ ਹੌਲੀ ਘਟਦਾ, ਇੱਕਦਮ ਨਹੀਂ ਘਟਦਾ। ਸਿੰਸ ਇੱਕਦਮ ਨਹੀਂ ਘਟਦਾ ਤਾਂ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਮਹਿਸੂਸ ਹੁੰਦੀ। ਤੁਸੀਂ ਆਪਣਾ ਰੂਟੀਨ ਕਰਦੇ ਰਹਿੰਦੇ ਹੋ, ਕੰਮਕਾਜ ਵੀ ਕਰਦੇ ਰਹਿੰਦੇ ਹੋ, ਤੁਹਾਡਾ ਰੂਟੀਨ ਚੱਲਦਾ ਰਹਿੰਦਾ, ਖਾਈ ਪੀ ਵੀ ਜਾਂਦੇ ਹੋ, ਤੇ ਵਜ਼ਨ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਜਿੱਦਾਂ ਅਸੀਂ ਪਿੱਤੇ ਦਾ ਆਪਰੇਸ਼ਨ, ਹਰਨੀਆ ਦਾ ਆਪਰੇਸ਼ਨ, ਅਪੈਂਡਿਕਸ ਦਾ ਆਪਰੇਸ਼ਨ ਦੂਰਬੀਨ ਨਾਲ ਕਰਦੇ ਹਾਂ, ਉਸੇ ਟੈਕਨੀਕ ਦੇ ਨਾਲ ਇਹ ਆਪਰੇਸ਼ਨ ਕੀਤੇ ਜਾਂਦੇ ਨੇ। ਫਰਕ ਸਿਰਫ ਇੰਨਾ ਆ ਵੀ ਇਹਨਾਂ ਆਪਰੇਸ਼ਨਾਂ ਲਈ ਸਾਨੂੰ ਸਪੈਸ਼ਲ ਮਸ਼ੀਨਰੀ ਨਾਲ ਕਰਦੇ ਹਾਂ, ਅਰੇਂਜ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਸਟੈਪਲਰ ਗਨਸ ਕਹਿੰਦੇ ਹਾਂ। ਤਾਂ ਇਹ ਸਟੇਪਲਰਸ ਹਜੇ ਹਿੰਦੁਸਤਾਨ 'ਚ ਨਹੀਂ ਬਣਦੇ, ਸਾਰੇ ਅਮਰੀਕਾ ਤੋਂ ਆਉਂਦੇ ਆ। 1-2 ਕੰਪਨੀਆਂ ਹੈਗੀਆਂ ਅਮਰੀਕਨ ਕੰਪਨੀਜ਼ ਜਿਹੜੀਆਂ ਬਣਾਉਂਦੀਆਂ, ਉਹੀ ਮਸ਼ੀਨਾਂ ਅਮਰੀਕਾ 'ਚ ਯੂਜ਼ ਹੁੰਦੀਆਂ, ਉਹੀ ਮਸ਼ੀਨਾਂ ਰੋਪੜ 'ਚ ਯੂਜ਼ ਹੁੰਦੀਆਂ, ਆਪਣੇ ਹਸਪੀਟਲ 'ਚ ਵੀ ਉਹੀ ਮਸ਼ੀਨਾਂ ਯੂਜ਼ ਹੁੰਦੀਆਂ। ਉਹਦੇ ਕਰਕੇ ਇਹਦੀ ਕਾਸਟ ਵੱਧ ਜਾਂਦੀ ਹੈ, ਬਟ ਟੈਕਨੀਕ ਜਿਹੜੀ ਹੈ, ਟੈਕਨੋਲੋਜੀ ਜਿਹੜੀ ਹੈ ਉਹ ਸੇਮ ਹੈਗੀ। ਸੋ ਇੱਕ ਤਾਂ ਸਲੀਵ ਸਰਜਰੀ ਹੋ ਗਈ, ਇੱਕ ਬਾਈਪਾਸ ਆਪਰੇਸ਼ਨ ਹੁੰਦੇ ਨੇ। ਬਾਈਪਾਸ ਆਪਰੇਸ਼ਨ ਦੇ ਵਿੱਚ ਅਸੀਂ ਜਿਹੜਾ ਖਾਣੇ ਦਾ ਰਸਤਾ ਆ, ਮੈਦੇ ਨੂੰ ਅੱਗੇ ਗਾਂ ਆਉਣ ਦੇ ਨਾਲ ਇੱਕ ਹੋਰ ਤਰੀਕੇ ਨਾਲ ਜੋੜ ਦਿੰਦੇ ਆ, ਤੇ ਵਿੱਚੋਂ ਕਾਫੀ ਸਾਰੀ ਇੰਟੈਸਟਾਈਨ ਜਿਹੜੀ ਉਹਨੂੰ ਬਾਈਪਾਸ ਕਰ ਦਿੰਦੇ ਆ। ਤਾਂ ਉਹਦੇ ਨਾਲ ਕੀ ਹੁੰਦਾ, ਮੈਦੇ ਤੋਂ ਖਾਣਾ ਸਿੱਧਾ ਥੱਲੇ ਵਾਲੀ ਇੰਟੈਸਟਾਈਨ ਚਲ ਜਾਂਦਾ, ਤਾਂ ਇੱਕ ਤਰ੍ਹਾਂ ਨਾਲ ਅੱਧ ਪਚਿਆ ਖਾਣਾ ਲੈਟਰਿਨ ਦੇ ਵਿੱਚ ਨਿਕਲ ਜਾਂਦਾ। ਸੋ ਉਹਦੇ ਨਾਲ ਵੀ ਤੁਹਾਡਾ ਵਜ਼ਨ ਘਟਦਾ। ਇਨਫੈਕਟ ਜਿਹੜੇ ਸ਼ੂਗਰ ਵਾਲੇ ਮਰੀਜ਼ ਹੈਗੇ ਆ, ਜਾਂ ਜਿਨ੍ਹਾਂ ਨੂੰ ਡਾਇਬਟੀਜ਼ ਕੰਟਰੋਲ ਦੀ ਲੋੜ ਹੈ, ਬਹੁਤ ਜ਼ਿਆਦਾ ਅਨਕੰਟਰੋਲ ਡਾਇਬਟੀਜ਼ ਚੱਲ ਰਹੀ ਹੈ, ਇਨਸੂਲਿਨ ਜਾਂ ਮੈਡੀਸਿਨਸ ਦੇ ਨਾਲ ਫਾਇਦਾ ਨਹੀਂ ਹੋ ਰਿਹਾ, ਉਹਨਾਂ ਪੇਸ਼ੈਂਟਸ ਦੇ ਵਿੱਚ ਬਾਈਪਾਸ ਆਪਰੇਸ਼ਨ ਜ਼ਿਆਦਾ ਅੱਛਾ ਮੰਨਿਆ ਜਾਂਦਾ। ਸੋ ਜਿਹੜੇ ਸਾਡੇ ਕੋਲ ਸ਼ੂਗਰ ਦੇ ਮੋਟਾਪੇ ਵਾਲੇ ਮਰੀਜ਼ ਹੁੰਦੇ, ਉਹਨਾਂ ਨੂੰ ਅਸੀਂ ਬਾਈਪਾਸ ਰეკਮੈਂਡ ਕਰਦੇ ਹਾਂ। ਜਿਹੜੇ ਯੰਗ ਲੇਡੀਜ਼ ਹੈਗੀਆਂ, ਉਹਨਾਂ ਦੇ ਵਿੱਚ ਸਲੀਵ ਸਰਜਰੀ ਜ਼ਿਆਦਾ ਅੱਛੀ ਮੰਨੀ ਜਾਂਦੀ ਹੈ।
ਸੋ ਇਹਨਾਂ ਤੋਂ ਇਲਾਵਾ ਦਿਸ ਇਜ਼ ਇਹ ਜਿੱਦਾਂ MGB ਕਹਿੰਦੇ ਇਹਨੂੰ ਮਿਨੀ ਬਾਈਪਾਸ ਤੇ ਇੱਕ ਫੁੱਲ ਬਾਈਪਾਸ ਹੁੰਦਾ। ਫੁੱਲ ਬਾਈਪਾਸ ਦੀਆਂ ਥੋੜ੍ਹੀਆਂ ਕੰਪਲਿਕੇਸ਼ਨਸ ਇਨੀਸ਼ੀਅਲੀ ਜ਼ਿਆਦਾ ਦੇਖੀਆਂ ਗਈਆਂ। ਸੋ ਅੱਜ ਕੱਲ੍ਹ ਮਿਨੀ ਬਾਈਪਾਸ ਤੇ ਸਲੀਵ ਸਰਜਰੀ ਦੋ ਮੋਸਟ ਪਪੂਲਰ ਸਰਜਰੀਜ਼ ਹੈਗੀਆਂ ਜਿਹੜੀਆਂ ਕਿ ਹਿੰਦੁਸਤਾਨ ਦੇ ਵਿੱਚ ਕੀਤੀਆਂ ਜਾਂਦੀਆਂ। ਡਾਕਟਰ ਸਾਹਿਬ ਇਸ ਦਾ ਜੇ ਐਕਸਪੈਂਸਿਸ ਦੀ ਗੱਲ ਕਰੀਏ, ਖਰਚਾ ਕਿੰਨਾ ਕੁ ਇੱਕ ਜਿਹੜਾ ਹੈ ਸਰਜਰੀ ਤੇ ਆ ਜਾਂਦਾ ਹੈ, ਜਾਂ ਜਿਸ ਤਰ੍ਹਾਂ ਦੇ ਤੁਸੀਂ ਸਰਜਰੀ ਦੀਆਂ ਸੈਗਮੈਂਟਸ ਦੱਸੀਆਂ ਨੇ, ਥੋੜਾ ਜਿਹਾ ਖਰਚੇ ਦੇ ਬਾਰੇ ਜਾਣਕਾਰੀ ਦਿਓ ਸਾਨੂੰ। ਚਲੋ ਜਿਹੜਾ ਖਰਚਾ ਆ ਉਹ ਹਰੇਕ ਪਲੇਸ ਟੂ ਪਲੇਸ ਵੇਰੀ ਕਰਦਾ। ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਤਕਰੀਬਨ 15 ਤੋਂ 20 ਲੱਖ ਰੁਪਏ ਹਿੰਦੁਸਤਾਨ ਦੇ ਆਪਾਂ ਮੰਨੀਏ ਤਾਂ ਇੰਨਾ ਖਰਚਾ ਆਰਾਮ ਨਾਲ ਕਿਸੇ ਵੀ ਹਸਪੀਟਲ ਦੇ ਵਿੱਚ ਆਏਗਾ। ਤੇ ਜੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਦਿੱਲੀ ਬੰਬੇ ਦੇ ਵਿੱਚ ਤਾਂ ਆਲਮੋਸਟ ਉੱਥੇ 7-8 ਲੱਖ ਦਾ ਖਰਚਾ ਇਹਨਾਂ ਆਪਰੇਸ਼ਨਾਂ ਦਾ ਆਉਂਦਾ ਆ। ਤੇ ਪਰ ਇੱਥੇ ਰੋਪੜ ਦੇ ਵਿੱਚ ਜਿੱਦਾਂ ਮੈਂ ਗੱਲ ਕਰਦਾ ਸਿੱਧੇ ਪਰਮਾਰ ਹਸਪੀਟਲ ਸੋ ਰੋਪੜ ਦੇ ਵਿੱਚ ਮੈਂ ਉਹੀ ਦੱਸਦਾ ਵੀ ਇਹਦੇ ਸਾਡਾ ਜਿਹੜੀਆਂ ਸਟੇਪਲਰ ਗਨਸ ਹੈਗੀਆਂ, ਗਨਸ ਦਾ ਤਕਰੀਬਨ ਸਾਡਾ 70 ਤੋਂ 90 ਹਜ਼ਾਰ ਦਾ ਮਸ਼ੀਨਾਂ ਦਾ ਖਰਚਾ, ਜਿਹੜਾ ਡਿਸਪੋਜ਼ੇਬਲ ਹੁੰਦੀਆਂ। ਡਿਸਪੋਜ਼ੇਬਲ ਮੀਨਸ ਅਸੀਂ ਯੂਜ਼ ਐਂਡ ਥਰੋ, ਇੱਕ ਵਾਰੀ ਯੂਜ਼ ਕੀਤੀਆਂ ਉਹ ਤੋਂ ਬਾਅਦ ਉਹ ਸਟੇਪਲਰ ਜਿਹੜੇ ਕਾਰਟ੍ਰਿਜਸ ਹੈਗੀਆਂ ਉਹ ਕਾਰਟ੍ਰਿਜ ਚੱਲਦੀ ਹੈ, ਕਾਰਟ੍ਰਿਜ ਖਤਮ ਹੋ ਜਾਂਦੀ ਹੈ, ਫਿਰ ਅਗਲੀ ਕਾਰਟ੍ਰਿਜ, ਇੱਦਾਂ ਹੀ ਤਕਰੀਬਨ 8-10 ਕਾਰਟ੍ਰਿਜਸ ਲੱਗਦੀਆਂ, ਉਹ ਲੱਗਦੀਆਂ ਤੇ ਖਤਮ ਹੋ ਜਾਂਦੀਆਂ। ਸੋ ਆਲਮੋਸਟ ਇੰਨਾ 90,000 ਦਾ ਸਾਡੇ ਸਿਰਫ ਮਸ਼ੀਨਾਂ ਦਾ ਖਰਚਾ ਹੈ। ਉਸ ਤੋਂ ਬਾਅਦ ਆਪਰੇਸ਼ਨ ਦਾ ਖਰਚਾ ਸ਼ੁਰੂ ਹੁੰਦਾ ਤੇ ਫਿਰ ਇੱਥੇ ਰਹਿਣ ਦਾ ਖਰਚਾ ਹੁੰਦਾ ਤੇ ਫਿਰ ਐਨਸਥੀਸੀਆ ਦਾ ਖਰਚਾ ਹੁੰਦਾ। ਗੱਲ ਕਰਦੇ ਆਪਾਂ ਕਿੰਨੇ ਕੁ ਦਿਨ ਉਸ ਪੇਸ਼ੈਂਟ ਨੂੰ ਰਹਿਣਾ ਪੈਂਦਾ ਹਸਪੀਟਲ? ਪੇਸ਼ੈਂਟ ਤਕਰੀਬਨ 3 ਤੋਂ 4 ਦਿਨ ਹਸਪੀਟਲ 'ਚ ਰਹਿੰਦੇ। 3-4 ਦਿਨ ਤੋਂ ਬਾਅਦ ਉਹਦਾ ਫਿਰ ਜਿਹੜਾ ਪੋਸਟ ਹੈਗਾ ਉਹ ਪੋਸਟ ਟ੍ਰੀਟਮੈਂਟ ਜਿਹਨੂੰ ਆਪਾਂ ਪੋਸਟ ਆਪ ਇੱਦਾਂ ਹੁੰਦਾ ਵੀ ਇਹ ਜਿਹੜੇ ਆਪਰੇਸ਼ਨ ਹੈਗੇ ਅਸੀਂ ਬੇਹੋਸ਼ ਕਰਕੇ ਕਰਦੇ ਹਾਂ। ਸੋ ਤਕਰੀਬਨ 1.5 ਘੰਟੇ ਦਾ 2 ਘੰਟੇ ਦਾ ਆਪਰੇਸ਼ਨ ਹੁੰਦਾ ਤੇ ਪੋਸਟ ਆਪਰੇਟਿਵਲੀ ਪੇਸ਼ੈਂਟ ਨੂੰ ਮੋਸਟਲੀ ਅਸੀਂ ICU 'ਚ ਇੱਕ ਰਾਤ ਲਈ ਰੱਖਦੇ ਹਾਂ। ਤੋ ਸ਼ਾਮ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਥੋੜ੍ਹਾ ਬਹੁਤ ਲਿਕੁਇਡ ਸ਼ੁਰੂ ਕਰ ਦੇਈਦਾ ਤੇ ਮਰੀਜ਼ ਸ਼ਾਮ ਨੂੰ ਆਪਣਾ ਤੁਰਨ ਫਿਰਨ ਲੱਗ ਜਾਂਦਾ ਤੇ ਅਗਲੇ ਦਿਨ ਮਰੀਜ਼ ਆਪਣਾ ਪੂਰਾ ਫੁੱਲੀ ਮੋਬਾਈਲ ਹੋ ਜਾਂਦਾ, ਰੂਟੀਨ ਆਪਣਾ ਕੋਰੀਡੋਰ ਦੇ ਵਿੱਚ ਸੈਰ ਸੂਰ ਕਰਨੀ ਸ਼ੁਰੂ ਕਰ ਦਿੰਦਾ ਤੇ ਲਿਕੁਇਡ ਡਾਈਟ ਤੇ ਸਾਨੂੰ ਰੱਖਣਾ ਪੈਂਦਾ 10 ਤੋਂ 15 ਦਿਨ। ਕਿੰਨੇ ਕੁ ਦਿਨਾਂ ਬਾਅਦ ਉਹ ਕੰਮ ਤੇ ਜਾ ਸਕਦਾ ਹੈ? ਤਕਰੀਬਨ ਸਟਿਚਸ ਅਸੀਂ 8 ਦਿਨਾਂ ਬਾਅਦ ਕੱਢਦੇ ਹਾਂ। ਤੋ ਜਦੋਂ ਸਟਿਚਸ ਨਿਕਲ ਜਾਣ ਤਾਂ ਪੇਸ਼ੈਂਟ ਆਪਣਾ ਰੂਟੀਨ ਕੰਮ ਸ਼ੁਰੂ ਕਰ ਸਕਦਾ। ਸੋ ਕਈ ਤਾਂ ਜਿੱਦਾਂ ਮੈਂ ਦੇਖੇ ਆ ਪੇਸ਼ੈਂਟਸ ਕਈ ਬੜੇ ਹਿੰਮਤੀ ਹੁੰਦੇ ਆ, ਉਹ ਤਾਂ ਇੱਕ ਸਾਡੇ ਕੋਲ ਨੰਗਲ ਤੋਂ ਆਏ ਸੀਗੇ ਆਪਰੇਸ਼ਨ ਕਰਾਉਣ ਲਈ। ਉਹ ਜੋ ਤੀਜੇ ਦਿਨ ਡਿਸਚਾਰਜ ਕੀਤਾ ਉਹ ਸਕੋਡਾ ਕਾਰ ਸੀ ਉਹਨਾਂ ਦੀ, ਚਲਾ ਕੇ ਆਪ ਡਰਾਈਵ ਕਰਕੇ ਉਹ ਕੰਫਰਟੇਬਲ ਹੋ ਗਿਆ, ਆਪ ਉਹ ਡਰਾਈਵ ਕਰਕੇ ਨੰਗਲ ਚਲੇ ਗਏ। ਸੋ ਉਹ ਵੇਰੀ ਕਰਦਾ, ਜਿਹੜੀ ਪੇਨ ਸੈਂਸੇਸ਼ਨ ਹੈਗੀ ਹੈ, ਡਿਸਕੰਫਰਟ ਹੈਗਾ, ਇਟ ਆਲਸੋ ਵੇਰੀਜ਼ ਫਰਮ ਪਰਸਨ ਟੂ ਪਰਸਨ। ਕਈ ਬਿਲਕੁਲ ਨਹੀਂ ਪ੍ਰਵਾਹ ਕਰਦੇ, ਕਈ ਬਹੁਤ ਜ਼ਿਆਦਾ ਪੇਨ ਮੰਨਦੇ ਆ, ਕਈ ਸੈਂਸਿਟਿਵ ਜ਼ਿਆਦਾ ਹੁੰਦੇ ਆ। ਪਰ ਔਨ ਐਨ ਐਵਰੇਜ ਤਕਰੀਬਨ 8-10 ਦਿਨਾਂ ਬਾਅਦ ਬੰਦਾ ਕੰਫਰਟੇਬਲ, ਹਰ ਬੰਦਾ ਕੰਫਰਟੇਬਲ ਹੋ ਜਾਂਦਾ। 10 ਦਿਨਾਂ ਬਾਅਦ ਆਪਾਂ 10-12 ਦਿਨਾਂ ਬਾਅਦ ਕੰਮ ਤੇ ਜਾ ਸਕਦੇ ਹਾਂ, ਤੁਸੀਂ ਡਰਾਈਵਿੰਗ ਕਰ ਸਕਦੇ ਹਾਂ ਤੇ ਤੁਸੀਂ ਆਪਣਾ ਰੂਟੀਨ ਸ਼ੁਰੂ ਕਰ ਸਕਦੇ ਹਾਂ। ਤੋ ਇੱਥੇ ਅਸੀਂ ਤਕਰੀਬਨ ਪੇਸ਼ੈਂਟ ਨੂੰ ਉਹੀ 3 ਦਿਨ ਰੱਖਦੇ ਹਾਂ। ਤੋ ਸੈਕਿੰਡ ਡੇ ਅਸੀਂ ਟੋਟਲ ਜੀ ਖਰਚਾ ਪੋਸਟ ਆਪਰੇਟਿਵ ਸਾਡਾ ਇੱਥੇ ਤਕਰੀਬਨ 2 ਲੱਖ ਦੇ ਆਲੇ ਦੁਆਲੇ ਖਰਚਾ ਆਉਂਦਾ। 2 ਲੱਖ? ਹਾਂਜੀ, 2 ਲੱਖ 2-2.25 ਤੱਕ ਪਹੁੰਚ ਜਾਏਗਾ, ਉਸ ਤੋਂ ਜ਼ਿਆਦਾ ਨਹੀਂ ਹੁੰਦਾ। ਮੈਕਸਿਮਮ ਇੰਨਾ ਖਰਚਾ ਆਉਂਦਾ ਸਾਰਾ ਕੁਝ ਮਿਲਾ ਕੇ, ਟੋਟਲ ਖਰਚਾ। ਪਿਆਰੇ ਸਰੋਤਿਓ, ਪਰਮਾਰ ਹਸਪੀਟਲ ਰੋਪੜ ਜਿਹੜਾ ਲਗਭਗ 40 ਸਾਲ ਪਹਿਲਾਂ ਡਾਕਟਰ ਸਾਹਿਬ ਦੇ ਫਾਦਰ ਸਾਹਿਬ ਡਾਕਟਰ ਰਜਿੰਦਰ ਪਰਮਾਰ ਜੀ ਨੇ ਐਸਟੈਬਲਿਸ਼ ਕੀਤਾ, ਬੜਾ ਵੱਡਾ ਨਾਮ ਹੈ ਸੀਨੀਅਰ ਪਰਮਾਰ ਸਾਹਿਬ ਦਾ। ਔਰ ਇਹਨਾਂ ਦੀ ਖਾਸੀਅਤ ਹੈ ਬੜੇ ਸੋਸ਼ਲ ਟੱਚ ਦੇ ਨਾਲ ਰਹਿੰਦੇ ਨੇ, ਸਮਾਜ ਸੇਵਾ ਦੇ ਵਿੱਚ ਵੀ ਜੁੜੇ ਹੋਏ ਨੇ, ਕਈ ਪ੍ਰਕਾਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਨੇ, ਰੋਟੇਰੀਅਨ ਵੀ ਨੇ। ਡਾਕਟਰ ਸਾਹਿਬ ਤੁਸੀਂ ਮੇਰੇ ਖਿਆਲ ਪ੍ਰੈਜ਼ੀਡੈਂਟ ਵੀ, ਅਸਿਸਟੈਂਟ ਗਵਰਨਰ ਵੀ ਸੀ ਮੈਂ ਰੋਟਰੀ ਦਾ। ਵੈਰੀ ਨਾਈਸ ਜੀ। ਔਰ ਰੋਟਰੀ ਦੇ ਅਸਿਸਟੈਂਟ ਗਵਰਨਰ ਵੀ ਨੇ ਰਹੇ ਨੇ ਔਰ ਪ੍ਰੈਜ਼ੀਡੈਂਟ ਵੀ ਨੇ। ਇਸ ਸਮੇਂ ਤੁਸੀਂ ਮੌਜੂਦਾ ਪ੍ਰੈਜ਼ੀਡੈਂਟ ਹੋ ਜੀ? ਨਹੀਂ, ਮੈਂ 2010 ਪ੍ਰੈਜ਼ੀਡੈਂਟ ਸੀਗਾ ਰੋਟਰੀ ਕਲੱਬ ਰੂਪਨਗਰ ਦਾ ਤੇ 4 ਸਾਲ ਪਹਿਲਾਂ ਮੈਂ ਅਸਿਸਟੈਂਟ ਗਵਰਨਰ ਸੀ। ਸਾਡੇ ਇੱਕ ਜ਼ੋਨ ਹੁੰਦਾ, ਉਹਦੇ ਵਿੱਚ ਸਾਡੇ ਤਕਰੀਬਨ 7-8 ਕਲੱਬ ਹੁੰਦੇ ਆ। ਸੋ ਜਿੰਨੇ ਆ ਸਾਡੇ ਪੰਜਾਬ ਦੇ ਕਲੱਬ ਸੀਗੇ ਤੇ ਪਲੱਸ ਮੋਹਾਲੀ ਦਾ ਕਲੱਬ, ਮੈਂ ਉਹਨਾਂ ਦਾ ਇੰਚਾਰਜ ਸੀਗਾ, ਉਹਨੂੰ ਅਸਿਸਟੈਂਟ ਗਵਰਨਰ ਕਹਿੰਦੇ। ਬਿਲਕੁਲ। ਕਹਿਣ ਦਾ ਭਾਵ ਹੈ ਕਿ ਇਹ ਉਹ ਪਰਿਵਾਰ ਹੈ ਜਿਨ੍ਹਾਂ ਦਾ ਸਮਾਜ ਸੇਵਾ ਦੇ ਨਾਲ ਸਿੱਧਾ ਰਸਤਾ ਹੈ। ਔਰ ਠੀਕ ਹੈ, ਹਸਪੀਟਲ ਬਹੁਤ ਸੁੰਦਰ ਹਸਪੀਟਲ ਬਣਾਇਆ, ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਚਲਾ ਰਹੇ ਨੇ, ਲੇਕਿਨ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਜਾਂ ਖਰਚੇ ਦੀ ਗੱਲ ਆਉਂਦੀ ਹੈ ਤਾਂ ਬੜੇ ਜਾਇਜ਼ ਰੇਟਾਂ ਤੇ ਜਿਹੜਾ ਹੈ ਕੰਮ ਕਰਦੇ ਨੇ। ਔਰ ਰੋਪੜ ਦੇ ਵਿੱਚ ਡਾਕਟਰ ਸਾਹਿਬ ਤੁਹਾਡੇ ਹਸਪੀਟਲ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਮੈਂ ਕੰਗ੍ਰੈਚੁਲੇਟ ਕਰਦਾ ਤੁਹਾਨੂੰ ਔਰ ਥੈਂਕਸ ਵੀ ਕਰਦਾ ਪੂਰੇ ਸਮੂਹ ਇਲਾਕਾ ਨਿਵਾਸੀਆਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਹੋਏ ਕਿ ਤੁਸੀਂ ਇੰਨਾ ਵਧੀਆ ਹਸਪੀਟਲ ਸਾਡੇ ਇਲਾਕੇ ਦੇ ਲਈ ਬਣਾਇਆ। ਔਰ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਡਾਕਟਰ ਪਰਮਾਰ ਜਿਹੜੇ ਸੀਨੀਅਰ ਨੇ ਕਿ ਉਹਨਾਂ ਨੇ ਔਰ ਤੁਹਾਡੀ ਇੱਕ ਟੀਮ ਜਿਹੜੀ ਹੈ ਫਾਦਰ ਸਨ ਡਿਓ ਜਿਹੜਾ ਜਿਹਨੂੰ ਕਹਿੰਦੇ ਆ ਕਿ ਬੜਾ ਅੱਛਾ ਹੈ,
ਤੁਹਾਨੂੰ ਪਰਿਵਾਰ ਦੇ ਵਿੱਚੋਂ ਹੀ ਐਕਸਪੀਰੀਅੰਸ ਵੀ ਮਿਲਦਾ ਗਿਆ ਔਰ ਤੁਸੀਂ ਅੱਗੇ ਵੱਧ ਕੇ ਕੰਮ ਕਰ ਰਹੇ ਹੋ। ਤੁਹਾਡੇ ਹਸਪੀਟਲ 'ਚ ਮੈਂ ਚਾਹਾਂਗਾ ਕਿ ਜਾਂਦੇ ਜਾਂਦੇ ਇਸ ਟਾਕ ਨੂੰ ਕਲੋਜ਼ ਕਰਨ ਤੋਂ ਪਹਿਲਾਂ ਦੱਸੀ ਕਿ ਕਿਹੜੀਆਂ ਹੋਰ ਫੈਸਿਲਿਟੀਜ਼ ਨੇ। ਚੋਪੜਾ ਜੀ ਸਾਡੇ ਇਹ ਮਲਟੀ ਸਪੈਸ਼ਲਿਟੀ ਹਸਪੀਟਲ ਹੈਗਾ, ਜਿਹਦੇ ਵਿੱਚ ਜਿੱਦਾਂ ਮੈਂ ਸਰਜਨ ਹਾਂ, ਮੇਰੇ ਫਾਦਰ ਸਾਹਿਬ ਸਰਜਨ ਨੇ, ਸੋ ਮੈਂ ਜ਼ਿਆਦਾਤਰ ਦੂਰਬੀਨ ਦੇ ਆਪਰੇਸ਼ਨ ਕਰਦਾ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਆਰਥੋਪੈਡਿਕ ਸਰਜਨ ਨੇ, ਮਤਲਬ ਟਰਾਮਾ ਤੇ ਜੁਆਇੰਟ ਰਿਪਲੇਸਮੈਂਟ ਸਰਜਰੀ ਦੇ ਸਪੈਸ਼ਲਿਸਟ ਨੇ, ਫੁੱਲ ਟਾਈਮ ਮੈਡੀਕਲ ਸਪੈਸ਼ਲਿਸਟ ਨੇ, ਮੇਰੀ ਵਾਈਫ ਆਈ ਸਰਜਨ ਨੇ, ophthalmologist ਨੇ, ਸੋ ਵੀ ਹੈਵ ਅ ਫੁੱਲ ਟਾਈਮ ENT ਸਰਜਨ ਆਲਸੋ ਵਿਦ ਅਸ, ਅ ਫੁੱਲ ਟਾਈਮ ਗਾਇਨੇਕੋਲੋਜਿਸਟ ਵਿਦ ਅਸ who also does ਜਿਹਨੇ ਸਾਡੇ ਸਿਜ਼ੇਰੀਅਨਸ ਡਿਲੀਵਰੀਜ਼ ਤੇ ਪਲੱਸ ਦੂਰਬੀਨ ਦੇ ਨਾਲ ਬੱਚੇਦਾਨੀ ਦੇ ਹੋਰ ਆਪਰੇਸ਼ਨ ਸਾਰੇ ਉਹ ਕਰਦੇ ਨੇ। ਤੇ ਇਸ ਤੋਂ ਇਲਾਵਾ ਸਾਡੇ ਕੋਲ ਓਨਕੋਲੋਜਿਸਟ ਆਉਂਦੇ ਨੇ ਜਿਹੜੇ ਕੈਂਸਰ ਦੇ ਆਪਰੇਸ਼ਨ ਤੇ ਕੈਂਸਰ ਦੇ ਮੈਡੀਕਲ ਮਾਹਿਰ ਨੇ, ਤੇ ਪਲੱਸ ਅਸੀਂ ਇੱਕ ICU ਤੇ ਕ੍ਰਿਟੀਕਲ ਕੇਅਰ ਵੀ ਰਨ ਕਰ ਰਹੇ ਹਾਂ। ਸੋ ਵੀ ਹੈਵ ਅ ਸਪੈਸ਼ਲਿਸਟ ਹੂ ਟੇਕਸ ਕੇਅਰ ਆਫ ICU ਐਂਡ ਕ੍ਰਿਟੀਕਲ ਕੇਅਰ, ਸੋ ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਮੈਡੀਕਲ ਇਲਾਜ ਕਰਦੇ ਨੇ। ਅੱਜ ਕੱਲ੍ਹ ਤਾਂ ਸਿੰਸ ਕੋਵਿਡ ਇੰਨਾ ਹੋਇਆ ਤਾਂ ਕੋਵਿਡ ਦੇ ਪੇਸ਼ੈਂਟਸ ਵੀ ਅਸੀਂ ਇੱਥੇ ਮੈਨੇਜ ਕਰ ਰਹੇ ਹਾਂ, ਉਹਨਾਂ ਨੂੰ ICU ਸਹੂਲਤਾਂ ਦੇ ਰਹੇ ਹਾਂ। ਤੇ ਪਲੱਸ ਸਾਡੇ ਕੋਲ ਡਾਇਲਿਸਿਸ ਯੂਨਿਟ ਵੀ ਹੈ, ਤੇ ਜਿਹਦੇ ਵਿੱਚ ਅਸੀਂ ਡਾਇਲਿਸਿਸ ਦੇ ਪੇਸ਼ੈਂਟਸ ਵੀ ਹੁੰਦੇ ਨੇ, ਰੀਨਲ ਫੇਲੀਅਰ ਵਾਲੇ ਪੇਸ਼ੈਂਟਸ ਵੀ ਮੈਨੇਜ ਹੁੰਦੇ ਨੇ, ਫਿਜ਼ੀਓਥੈਰੇਪੀ, ਡਾਇਟੈਟਿਕਸ, ਤੋਂ ਇਹ ਸਾਰੇ ਡਿਪਾਰਟਮੈਂਟਸ ਨੇ। ਇਸ ਤੋਂ ਇਲਾਵਾ ਵੀ ਹੈਵ ਅ ਇਨ ਹਾਊਸ ਪੈਥੋਲੋਜਿਸਟ, ਜਿਹੜਾ ਸਾਡੀ ਲੈਬ ਹੈਗੀ ਆ, ਉਹ ਕੋਈ ਟੈਕਨੀਸ਼ੀਅਨ ਨਹੀਂ ਚਲਾ ਰਿਹਾ, ਇੱਕ MD ਪੈਥੋਲੋਜੀ ਡਾਕਟਰ ਸਾਹਿਬ ਨੇ ਜਿਹੜੇ ਉਹ ਲੈਬ ਰਨ ਕਰਦੇ ਨੇ, ਤੇ ਉਹਨਾਂ ਦੇ ਡਾਕਟਰ ਸਾਹਿਬ ਦੇ ਵਾਈਫ ਜਿਹੜੇ ਹੈਗੇ ਉਹ ਰੇਡੀਓਲੋਜਿਸਟ ਨੇ। ਸੋ ਅਲਟਰਾਸਾਊਂਡ ਤੇ CT ਸਕੈਨ ਵੀ ਸਾਡੇ ਕੋਲ ਹੈਗਾ, ਤੇ ਮੈਡਮ ਅਲਟਰਾਸਾਊਂਡ ਤੇ CT ਸਕੈਨ ਦਾ ਧਿਆਨ ਰੱਖਦੇ ਨੇ। ਸੋ ਇਹ ਸਾਡੇ ਫੁੱਲ ਟਾਈਮ ਜਿਹੜੇ ਸਾਡੇ ਪਰਮਾਨੈਂਟ ਕੰਸਲਟੈਂਟਸ ਜਿਹੜੇ ਹਸਪੀਟਲ ਦੇ ਵਿੱਚ 24 ਘੰਟੇ 7 ਦਿਨ ਅਵੇਲੇਬਲ ਹੁੰਦੇ ਨੇ। ਸੋ ਇਹਨਾਂ ਤੋਂ ਇਲਾਵਾ ਵਿਜ਼ਿਟਿੰਗ ਡਾਕਟਰਸ ਕਾਫੀ ਸਾਰੇ ਆਉਂਦੇ ਨੇ, ਜਿੱਦਾਂ ਪਲਾਸਟਿਕ ਸਰਜਨ, ਇੱਕ ਯੂਰੋਲੋਜਿਸਟ ਹੈ, ਵੀ ਹੈਵ ਅ ਕਿਡਨੀ ਸਪੈਸ਼ਲਿਸਟ ਆਲਸੋ ਹੂ ਕਮਸ ਔਨ ਮੰਡੇਜ਼ ਐਂਡ ਥਰਸਡੇਜ਼, ਤੇ ਪਲਾਸਟਿਕ ਸਰਜਨ, ਨਿਊਰੋ ਸਰਜਨ, ਕਾਰਡੀਓਲੋਜਿਸਟ, ਇਹ ਸਾਰੇ ਵਿਜ਼ਿਟਿੰਗ ਡਾਕਟਰਸ ਨੇ ਜਿਹੜੇ ਕਿ ਹਫਤੇ ਦੇ ਵਿੱਚ ਕੁਝ ਦਿਨ ਜਿਨ੍ਹਾਂ ਨੇ ਬੰਨੇ ਹੋਏ ਨੇ ਉਸ ਤਰੀਕੇ ਨਾਲ ਉਹ ਆਉਂਦੇ ਨੇ। ਸੋ ਸਾਡਾ ਮੇਨ ਏਮ ਇਹੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਕੁਆਲਿਟੀ ਸਰਵਿਸਿਜ਼ ਐਟ ਅ ਰੀਜ਼ਨੇਬਲ ਕਾਸਟ ਆਪਣੇ ਮਰੀਜ਼ਾਂ ਨੂੰ, ਆਪਣੇ ਇਲਾਕਾ ਨਿਵਾਸੀਆਂ ਨੂੰ ਦੇ ਸਕੀਏ। ਸੋ ਇਹੀ ਮੇਰੇ ਫਾਦਰ ਦਾ ਏਮ ਸੀਗਾ, ਤੇ ਉਹਨੂੰ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ ਜੀ, ਉਸ ਟ੍ਰੈਡੀਸ਼ਨ ਨੂੰ ਜਿਹੜਾ ਤੁਸੀਂ ਪੂਰਾ ਬਰਕਰਾਰ ਰੱਖਿਆ, ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਨੂੰ ਉਸ ਤਰ੍ਹਾਂ ਹੀ ਫੀਲ ਹੁੰਦਾ ਹੈ ਕਿ ਵੀ ਆਰ ਇਨ ਦਾ ਸੇਫ ਹੈਂਡ, ਜਿਵੇਂ ਤੁਹਾਡੇ ਫਾਦਰ ਸਾਹਿਬ ਨੇ ਉਸ ਤਰ੍ਹਾਂ ਹੀ ਤੁਹਾਡਾ ਜਿਹੜਾ ਹੈ। ਡਾਕਟਰ ਸਾਹਿਬ, ਨੈਕਸਟ ਜਨਰੇਸ਼ਨ 'ਚ, ਥਰਡ ਜਨਰੇਸ਼ਨ 'ਚ ਵੀ ਡਾਕਟਰਸ ਆ ਰਹੇ ਨੇ, ਆਪਾਂ ਗੱਲ ਜੇ ਕਰੀਏ। ਹਾਂ ਚੋਪੜਾ ਜੀ, ਮੇਰਾ ਬੇਟਾ ਹੈ, ਉਹ 32 ਗਵਰਨਮੈਂਟ ਮੈਡੀਕਲ ਕਾਲਜ ਚੰਡੀਗੜ੍ਹ 32 ਸੈਕਟਰ ਦੇ ਵਿੱਚ ਪੜ੍ਹ ਰਿਹਾ, ਸੈਕੰਡ ਈਅਰ 'ਚ ਹੈਗਾ, ਤੇ ਉਹ ਲੱਗਿਆ ਹੋਇਆ। ਛੋਟਾ ਵਾਲਾ 12th ਹੈਗਾ, ਉਹ ਵੀ ਨੀਟ ਦੀ ਤਿਆਰੀ ਕਰ ਰਿਹਾ, ਹੁਣ ਉਹ ਦੇਗਾ 5 ਮਹੀਨੇ ਬਾਅਦ ਨੀਟ। ਥੈਂਕ ਯੂ ਚੋਪੜਾ ਜੀ, ਥੈਂਕ ਯੂ। ਬਹੁਤ ਅੱਛਾ ਜੀ। ਦੇਖੋ ਇੱਕ ਬਹੁਤ ਐਕਸਪੀਰੀਅੰਸ ਟੀਮ ਜਿਹੜੀ ਹੈ ਅੰਡਰ ਵਨ ਰੂਫ ਚੱਲ ਰਹੀ ਹੈ। ਔਰ ਮੈਂ ਡਾਕਟਰ ਸਾਹਿਬ ਇੱਥੇ ਇੱਕ ਗੱਲ ਜ਼ਰੂਰ ਐਡ ਕਰਾਂਗਾ, ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਕਿ ਤੁਹਾਡੇ ਕੋਲ ਹਰੇਕ ਪ੍ਰਕਾਰ ਦੀ ਇੰਸ਼ੋਰੈਂਸ ਦੀ ਜਿਹੜੀ ਮੈਡੀਕਲ ਇੰਸ਼ੋਰੈਂਸ ਦਾ ਪੈਨਲ ਵੀ ਜਿਹੜਾ ਹੈ ਪੂਰਾ ਮੌਜੂਦ ਹੈ, ਉਹ ਬੜੀ ਵੱਡੀ ਫੈਸਿਲਿਟੀ ਹੈ ਤੁਹਾਡੇ ਹਸਪੀਟਲ। ਸਾਡੇ ਕੋਲ ਹਾਂਜੀ, ਐਕਸ ਸਰਵਿਸਮੈਨ ECHS ਜਦੋਂ ਸ਼ੁਰੂ ਹੋਈ ਸੀ ਸਕੀਮ 2007-8 ਦੇ ਵਿੱਚ, ਉਦੋਂ ਦਾ ਸਾਡਾ ਹਸਪੀਟਲ ਇੰਪੈਨਲਡ ਹੈਗਾ ਵਿਦ ਐਕਸ ਸਰਵਿਸਮੈਨ, ਜਿਹਨੇ ਸਾਬਕਾ ਫੌਜੀ ਹੈਗੇ ਉਹ ਆਪਣਾ ਫ੍ਰੀ ਟ੍ਰੀਟਮੈਂਟ ਇੱਥੇ ਕਰਾ ਸਕਦੇ। ਹਿਮਾਚਲ ਗਵਰਨਮੈਂਟ ਦੇ ਨਾਲ ਸਾਡਾ ਹਸਪੀਟਲ ਇੰਪੈਨਲਡ ਹੈਗਾ, ਤੇ ਪੰਜਾਬ ਸਰਕਾਰ ਦੀਆਂ ਜਿੰਨੀਆਂ ਸਾਰੀਆਂ ਸਕੀਮਾਂ ਨੇ ਉਹ ਇੱਥੇ ਅਵੇਲੇਬਲ ਨੇ। ਤੋਂ ਇਸ ਤੋਂ ਇਲਾਵਾ ਜਿੰਨੀਆਂ ਵੀ ਸਟਾਰ ਹੈਲਥ, ਮੈਕਸ ਪੂਪਾ, ICICI ਲੋਂਬਾਰਡ, ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈ, ਉਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਹੈ। ਸਾਡਾ ਇਨਫੈਕਟ ਹਸਪੀਟਲ ਵਾਜ਼ ਦਾ ਫਸਟ ਹਸਪੀਟਲ, ਤੇ ਇਸ ਵੇਲੇ ਵੀ ਇਟ ਇਜ਼ ਦਾ ਓਨਲੀ ਹਸਪੀਟਲ ਇਨ ਦਿਸ ਰੀਜਨ, not Ropar district, in this region to have a full NABH accreditation। ਜਿੱਦਾਂ ਫੋਰਟਿਸ ਦੇ ਕੋਲ ਫੁੱਲ NABH accreditation ਹੈਗੀ, ਉੱਦਾਂ ਹੀ ਸਾਡੇ ਕੋਲ ਵੀ ਫੁੱਲ NABH accreditation ਹੈ। ਬਾਕੀ ਕੁਝ 3-4 ਹਸਪੀਟਲਸ ਹੈਗੇ ਆ ਜਿਹੜੇ ਫਸਟ ਸਟੇਜ ਤੇ ਆ, ਉਹਨੂੰ ਕਹਿੰਦੇ ਅਸੀਂ ਐਂਟਰੀ ਲੈਵਲ NABH। ਸੋ ਇਹ 3 ਲੈਵਲ ਹੁੰਦੇ ਆ, ਐਂਟਰੀ ਲੈਵਲ NABH, ਦੈਨ ਪ੍ਰੀ ਐਕ੍ਰੈਡੀਸ਼ਨ, ਦੈਨ ਫੁੱਲ ਐਕ੍ਰੈਡੀਸ਼ਨ। ਸੋ ਪਰਮਾਰ ਹਸਪੀਟਲ ਇਜ਼ ਦਾ ਓਨਲੀ ਹਸਪੀਟਲ ਇਨ ਦਿਸ ਹੋਲ ਰੀਜਨ ਵਿਚ ਇਜ਼ ਫੁੱਲ NABH accredited ਹਸਪੀਟਲ। ਬਾਕੀ ਹਸਪੀਟਲਸ ਮੋਹਾਲੀ ਨੇ ਜਾਂ ਅੱਗੇ ਨਵਾਂ ਸ਼ਹਿਰ ਜਾਂ ਜਲੰਧਰ ਨੇ। ਜਲੰਧਰ ਹੀ ਨੇ। ਹਾਂਜੀ, ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਔਰ ਵੀ ਆਰ ਪ੍ਰਾਊਡ ਆਫ ਯੂ। ਔਰ ਤੁਸੀਂ ਇਸ ਸ਼ਹਿਰ ਨੂੰ ਐਡਾ ਵਧੀਆ, ਇਸ ਇਲਾਕੇ ਨੂੰ ਇੰਨਾ ਵਧੀਆ ਹੈਲਥ ਸਰਵਿਸਿਜ਼ ਦੇ ਰਹੇ ਹੋ। ਅੱਜ ਦੀ ਹੈਲਥ ਟਾਕ ਦੇ ਵਿੱਚ ਅਸੀਂ ਡਾਕਟਰ ਸਾਹਿਬ ਨੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ। ਅਗਲੇ ਇਸ ਤਰ੍ਹਾਂ ਦੇ ਇੱਕ ਹੈਲਥ ਸ਼ੋਅ ਦੇ ਵਿੱਚ ਅਸੀਂ ਕਿਸੇ ਹੋਰ ਜਿਹੜਾ ਹੈ ਮੈਡੀਕਲ ਪ੍ਰੈਕਟੀਸ਼ਨਰ ਨੂੰ ਜਾਂ ਕਿਸੇ ਹਸਪੀਟਲ ਦੇ ਨਾਲ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮਚ। ਥੈਂਕਸ ਡਾਕਟਰ। ਥੈਂਕ ਯੂ ਚੋਪੜਾ ਜੀ, ਥੈਂਕ ਯੂ।